ट्रैवल विद राजनीति दे विच अज गल करांगे हलका भुलक तो उम्मीदवार सुखपाल सिंह खेरा दी। खेरा अपनी टिकट तां लैके जिहड़े नाल शामिल कराए सीगे उन्हां नूं अपने हालातां दे उत्ते छड्ड दित्ता। खेरा हुण तां नहीं पार्टी बदल लैणगे। नहीं किवें वेखदे हो भगवंत मान नूं सीएम चेहरा और आप दी टक्कर नूं ऑल ओवर पंजाब बड़े बंदियां नूं कढाया इस थां ते आउण वास्ते। ने छोटा सुखपाल खेरा सानू महताब खेरे दे विच नज़र आ रहा है। यंग लीडर है, कहते मौका हुण इन्हां नूं भी देना चाहिए है। नहीं ऐसी कोई गल नहीं जी। मेरे लग रहा सीगा कि नाम पक्का फाइनलाइज हो जाऊगा या फिर दिलां दी धड़कनां तेज सीगियां? नहीं मैनू कोई शक नहीं सी। एक RSS दी और BJP दी लाइन टो करते हैं केजरीवाल। कांग्रेस के लीडर भी कह रहे हैं कि चन्नी नूं ही दोबारा मुख्यमंत्री बनाना चाहिए है। अज राणा गुरजीत कैबिनेट दे विच हैगे ने, लगदा चीज़ां ठीक जाणगियां। बीजेपी चाहुंदी सी कि सुखपाल खेरा BJP 'च शामिल होवे। जे इदां इन्हां नूं लगदा कि असीं ज्वाइन करांगे तो बिल्कुल सरासर अपने गलत ने। आम आदमी पार्टी सीगे तां विदेशां दे विच कहंदे गए तुहाडी भी NRI बेल्ट हैगी है तां कहंदे कि पैसा चंगा सुखपाल खेरा ने उत्थों दी इकट्ठा कीता सी। इकट्ठा फिर दसो ना। और कहते इस बार तो भावें मैं प्रचार भी ना करा, घर बैठे बैठे जितरी हैगी मैं। लगता है इस वेले टक्कर तुहाडी। जे वो घर बहना चाहते जी मोस्ट वेलकम मेरे वालों, घर बैठन चाह पीन। ने उदों मौका देखा 2017 दे विच कि आप दी वेव हैगी है, NRI सारे आप कर रहे हैं तो इस करके आप दे विच शिफ्ट हो जाओ, और उस तो बाद आप नूं छड्ड दित्ता उन्होंने। वेव तो जी कांग्रेस दी सी। ਇਹ ਵੀ ਉਸੇ ਟਾਈਮ ਦਾ ਕੇਸ ਬਣਾਇਆ ਹੋਇਆ ਕੇਸ ਹੈ ਜਦੋਂ ਉਹਨਾਂ ਨੇ ਸਰਕਾਰਾਂ ਦੇ ਖਿਲਾਫ ਬੋਲੇ। ਆਪ ਵੀ 19 ਕਸੂਰਵਾਰ ਹੈ ਕਿ ਆਮ ਆਦਮੀ ਪਾਰਟੀ। ਸਰ ਮੈਨੂੰ ਤਾਂ ਅੱਜ ਤੱਕ ਇਹ ਨਹੀਂ ਸਮਝ ਆਇਆ ਕਿ ਉਹਨਾਂ ਨੂੰ ਲਾਇਆ ਕਿਉਂ ਗਿਆ ਜੀ। ਆਮ ਆਦਮੀ ਪਾਰਟੀ ਦੇ ਜਿਹੜੇ ਦੋਗਲਾ ਚਿਹਰਾ ਨਾ ਜੀ ਉਹ ਲੋਕਾਂ ਵਿੱਚ ਅੱਜ ਕਲੀਅਰ ਹੋ ਚੁੱਕਿਆ। ਲੋਕ ਕੀ ਕਹਿ ਰਹੇ ਨੇ ਤੁਹਾਨੂੰ, ਕੀ ਕਹਿੰਦੇ ਨੇ ਕਿ ਕੌਣ ਮੁੱਖ ਮੰਤਰੀ ਹੋਣਾ ਚਾਹੀਦਾ? ਅਸੀਂ 11 ਦਿਨਾਂ ਦੇ ਕੰਮ ਕਰਨ ਨੂੰ ਕਿਵੇਂ ਅਸੀਂ ਆਪਣੇ MLA ਨੂੰ ਜਿਤਾਉਣਾ ਚਾਹੁੰਦੇ ਹਾਂ। ਪ੍ਰੋ ਪੰਜਾਬ TV ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਟਰੈਵਲ ਵਿਦ ਰਾਜਨੀਤੀ ਦੇ ਵਿੱਚ ਅੱਜ ਗੱਲ ਕਰਾਂਗੇ ਹਲਕਾ ਭੁਲਕ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ। ਕਾਂਗਰਸ ਦੀ ਪਹਿਲੀ ਸੂਚੀ ਜਾਰੀ ਹੋਈ ਹੈ ਔਰ ਇਸ ਸੂਚੀ ਦੇ ਵਿੱਚ ਨਾਮ ਆਇਆ ਹੈ ਸੁਖਪਾਲ ਸਿੰਘ ਖਹਿਰਾ ਦਾ। ਹਲਕਾ ਭੁਲਕ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਖਾਸ ਹੋ ਜਾਂਦਾ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਜੇਲ੍ਹ ਦੇ ਵਿੱਚ ਨੇ, ਪਰ ਉਹਨਾਂ ਦੀ ਸਾਰੀ ਕਮਾਨ ਉਹਨਾਂ ਦੇ ਬੇਟੇ ਮਹਿਤਾਬ ਖਹਿਰਾ ਨੇ ਸਾਂਭੀ ਹੋਈ ਹੈ। ਇਸ ਵੇਲੇ ਮਹਿਤਾਬ ਖਹਿਰਾ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਮਹਿਤਾਬ ਸਵਾਗਤ ਹੈ ਪ੍ਰੋ ਪੰਜਾਬ TV। ਗਗਨ ਜੀ ਥੈਂਕ ਯੂ ਸੋ ਮਚ। ਕਿਵੇਂ ਵੇਖ ਰਹੇ ਹੈਗੇ ਹੋ? ਸਭ ਤੋਂ ਪਹਿਲਾਂ ਤਾਂ ਜਦੋਂ ਸੂਚੀ ਆਈ ਹੈਗੀ ਲੱਗ ਰਿਹਾ ਸੀਗਾ ਕਿ ਨਾਮ ਪੱਕਾ ਫਾਈਨਲਾਈਜ਼ ਹੋ ਜਾਊਗਾ ਜਾਂ ਫਿਰ ਦਿਲਾਂ ਦੀ ਧੜਕਨਾਂ ਤੇਜ਼ ਸੀਗੀਆਂ, ਚਿੰਤਾ ਦੇ ਵਿੱਚ ਸੀਗੇ ਕਿ ਹੋਏਗਾ, ਮਿਲੇਗੀ ਜਾਂ ਨਹੀਂ ਮਿਲੇਗੀ? ਨਹੀਂ ਮੈਨੂੰ ਕੋਈ ਸ਼ੱਕ ਨਹੀਂ ਸੀ ਗਗਨ ਜੀ। ਆਈ ਵਾਜ਼ ਵੈਰੀ ਸਰਟਨ ਔਰ ਮੈਨੂੰ ਪਹਿਲੇ ਯਕੀਨ ਵੀ ਸੀਗਾ ਕਿ ਸਾਨੂੰ ਹੀ ਮਿਲਣੀ ਹੈ। ਮੇਰੇ ਫਾਦਰ ਨੇ ਕਾਫੀ ਕਲੀਅਰ ਕਰਕੇ ਮੈਨੂੰ ਸਾਨੂੰ ਦੱਸਿਆ ਹੋਇਆ ਸੀ, ਬਟ ਆਫ ਕੋਰਸ ਜਦ ਆਫੀਸ਼ੀਅਲ ਐਲਾਨ ਹੁੰਦਾ ਹੈ ਤੇ ਅੱਛਾ ਲੱਗਦਾ। ਇਸੇ ਕਰਕੇ ਅੱਜ ਅਸੀਂ ਆਪਣੇ ਹਲਕਿਆਂ ਵਿੱਚ ਘੁੰਮ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਜੀ ਕਾਂਗਰਸ ਪਾਰਟੀ ਦਾ। ਦੇਖੋ ਮੈਂ ਪਹਿਲੀ ਵਾਰ ਸੁਣਿਆ ਇੱਕ ਨੈਸ਼ਨਲ ਪਾਰਟੀ ਜੁਡੀਸ਼ੀਅਲ ਕਸਟਡੀ 'ਚ ਬੈਠੇ ਹੋਏ ਕਿਸੇ ਨੂੰ ਉਹਨਾਂ ਨੇ ਟਿਕਟ ਨੋਮੀਨੇਟ ਕੀਤੀ ਹੈ। ਆਈ ਐਮ ਵੈਰੀ ਗ੍ਰੇਟਫੁਲ। ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਔਰ ਹਾਈ ਕਮਾਂਡ ਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਇੱਕ ਨਿਰਦੋਸ਼ ਇਨਸਾਨ ਨੇ, ਬੇਕਸੂਰ ਨੇ ਤੇ ਝੂਠੇ ਕੇਸ ਵਿੱਚ ਉਹਨਾਂ ਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਤੁਸੀਂ ਕਹਿ ਰਹੇ ਹੈਗੇ ਹੋ ਕਿ ਹਾਈ ਕਮਾਂਡ ਨੂੰ, ਕਾਂਗਰਸ ਪਾਰਟੀ ਨੂੰ ਸਭ ਨੂੰ ਪਤਾ ਹੈਗਾ ਹੈ ਕਿ ਸੁਖਪਾਲ ਖਹਿਰਾ ਨਿਰਦੋਸ਼ ਹੈਗੇ ਨੇ, ਬਟ ਖਹਿਰਾ ਉਹਨਾਂ ਦਾ ਹੀ ਇੱਕ ਸਟੇਟਸ ਸੀਗਾ ਫੇਸਬੁੱਕ ਤੇ ਜਦੋਂ ਇਹ ਤੁਸੀਂ ਅਪਲੋਡ ਤੁਹਾਡੇ ਵੱਲੋਂ ਯਾਦ ਕੀਤਾ ਗਿਆ ਹੋਊਗਾ ਕਿ ਉਹ ਕਹਿੰਦੇ ਕਿ ਪਤਾ ਹੈ ਸਾਨੂੰ ਇਹ ਸਾਜ਼ਿਸ਼ਾਂ ਕਿਸਨੇ ਰਚੀਆਂ ਸੀਗੀਆਂ, ਕੌਣ ਇਹਦੇ ਪਿੱਛੇ ਹੈਗਾ, ਔਰ ਕਹਿੰਦੇ ਜਦੋਂ ਸਹੀ ਟਾਈਮ ਆਊਗਾ ਉਸ ਨੂੰ ਬੇਨਕਾਬ ਵੀ ਕੀਤਾ ਜਾਊਗਾ। ਤਾਂ ਲੱਗਦਾ ਪਾਰਟੀ ਦੇ ਵਿੱਚ ਹੀ ਫਿਰ ਇਹ ਲੋਕ ਸਾਜ਼ਿਸ਼ਾਂ ਰਚ ਰਹੇ ਸੀਗੇ। ਦੇਖੋ ਸਰ, ਜਿੱਦਾਂ ਤੁਸੀਂ ਕਿਹਾ ਕਿ ਸਹੀ ਟਾਈਮ ਆਉਣ 'ਤੇ ਆਈ ਬਿਲੀਵ ਹਜੇ ਸਹੀ ਟਾਈਮ ਨਹੀਂ ਹੈ। ਮੇਰਾ ਖਾਸ ਕਰਕੇ ਜਿਹੜਾ ਸਾਰਾ ਫੋਕਸ ਹੈ, ਤੁਸੀਂ ਦੇਖ ਰਹੇ ਹੋ ਸਾਡਾ ਕੈਂਪੇਨ 'ਤੇ ਸਾਰਾ ਫੋਕਸ ਹੈ। ਘਰ ਘਰ ਜਾ ਕੇ, ਪਿੰਡ ਪਿੰਡ ਜਾ ਕੇ ਅਸਲੀਅਤ ਨੂੰ ਬਿਆਨ ਕਰਨਾ ਚਾਹੁੰਦਾ ਮੈਂ। ਆਈ ਵਾਂਟ ਐਵਰੀਵਨ ਟੂ ਨੋ ਕਿ ਜੋ ਅੱਜ ਸਾਡੇ ਨਾਲ, ਮੇਰੇ ਨਾਲ ਜੋ ਬੀਤ ਰਿਹਾ ਔਰ ਉਹਦੇ ਪਿੱਛੇ ਜੋ ਉਹਦਾ ਕਾਰਨ ਕੀ ਹੈ। ਮੈਂ ਅਕਸਰ ਪਿੰਡਾਂ ਵਿੱਚ ਜਾ ਕੇ ਮੈਂ ਲੋਕਾਂ ਸਾਹਮਣੇ ਪੁੱਛਦਾ ਕਿ ਸਾਨੂੰ ਦੱਸੋ ਸਾਡਾ ਗੁਨਾਹ ਕੀ ਹੈ। ਸਾਡਾ ਗੁਨਾਹ ਕੀ ਹੈ? ਨਵਰੀਤ ਸਿੰਘ ਡਿਬਡਬਾ ਦੀ ਜਦੋਂ ਉਹਦਾ ਕਤਲ ਕੀਤਾ ਗਿਆ ਦਿੱਲੀ ਸੜਕਾਂ 'ਤੇ, ਕੀ ਉਸ ਇਸ਼ੂ ਨੂੰ ਉਠਾਉਣਾ ਸਾਡਾ ਗੁਨਾਹ ਹੈ? UAPA ਲਾਅ ਦੇ ਅੰਦਰ ਜਦ ਪੰਜਾਬ ਦੇ ਨੌਜਵਾਨਾਂ ਨੂੰ 8-8 ਮਹੀਨੇ 6-6 ਮਹੀਨੇ ਜੇਲ੍ਹਾਂ 'ਚ ਰੱਖਿਆ ਜਾ ਰਿਹਾ ਸੀ ਤੇ ਉਹਨਾਂ ਨੌਜਵਾਨਾਂ ਨੂੰ ਜੇਲ੍ਹਾਂ 'ਚੋਂ ਕਢਵਾਇਆ ਮੇਰੇ ਫਾਦਰ ਨੇ, ਕੀ ਇਹ ਗੁਨਾਹ ਨੇ ਸਾਡੇ?
ਕਿ ਇਸ ਕਰਕੇ ਸਾਨੂੰ ਜੇਲ੍ਹ 'ਚ ਭੇਜਿਆ ਗਿਆ। ਸੋ ਇਹੀ ਗੱਲਾਂ ਮੈਂ ਆਪਣੇ ਹਲਕੇ 'ਚ ਲੈ ਕੇ ਜਾ ਰਿਹਾ ਜੀ। ਕਿਸ ਤਰੀਕੇ ਦਾ ਇਸ ਵੇਲੇ ਤੁਸੀਂ ਹਾਲ ਦੇਖ ਰਹੇ ਹੈਗੇ ਹੋ, ਕਿਉਂਕਿ ਜਦੋਂ ਇਹੋ ਜਿਹੀ ਵਿਪਤਾ ਪਰਿਵਾਰ ਦੇ ਉੱਤੇ ਪੈਂਦੀ ਹੈ ਤਾਂ ਬੰਦਾ ਜ਼ਰੂਰ ਡੋਲ ਜਾਂਦਾ ਹੈਗਾ ਹੈ, ਭਾਵੁਕ ਵੀ ਹੁੰਦਾ ਹੈਗਾ ਹੈ, ਇਹ ਵੀ ਸੋਚਦਾ ਕਿ ਇਹ ਭਾਣਾ ਵਾਪਰ ਕਿਵੇਂ ਗਿਆ ਹੈਗਾ। ਤਾਂ ਕਿਵੇਂ ਇਸ ਚੋਂ ਤੁਸੀਂ ਆਪਣੇ ਆਪ ਨੂੰ ਨਾਲ ਨਾਲ ਬਾਹਰ ਕੱਢ ਰਹੇ ਹੈਗੇ ਹੋ, ਕਿਵੇਂ ਸਟਰੋਂਗ ਰੱਖ ਰਹੇ ਹੈਗੇ ਹੋ? ਕਿਉਂਕਿ ਜਦੋਂ ਇਹ ਚੀਜ਼ ਹੋਈ ਤਾਂ ਸ਼ਾਇਦ ਉਦੋਂ ਕਦੀ ਸੋਚਿਆ ਵੀ ਨਹੀਂ ਹੋਊਗਾ ਕਿ ਇੱਦਾਂ ਦੇ ਹਾਲਾਤ ਵੀ ਹੋ ਜਾਣਗੇ, ਖਹਿਰਾ ਹੋਣੀ ਜੇਲ੍ਹ ਦੇ ਵਿੱਚ ਹੋਣਗੇ, ਇੰਨੇ ਟਾਈਮ ਵਾਸਤੇ ਜਾਣਾ ਪਊਗਾ। ਤਾਂ ਕਿਵੇਂ ਇਸ ਚੀਜ਼ ਨੂੰ ਤੁਸੀਂ ਮੇਨਟੇਨ ਕਰ ਰਹੇ ਹੋ ਨਾਲ ਨਾਲ? ਗਗਨ ਜੀ, ਟੂ ਬੀ ਓਨੈਸਟ, ਪਹਿਲੇ 1 ਜਾਂ 2 ਦਿਨ ਮੈਨੂੰ ਜਿੱਦਾਂ ਤੁਸੀਂ ਕਿਹਾ ਕਿ ਜੀ ਪਤਾ ਨਹੀਂ ਕੀ ਹੋ ਜਾਂਦਾ, ਘਬਰਾਹਟ ਹੁੰਦੀ ਹੈ। ਬਟ ਜਦ ਮੈਂ ਆਪਣੇ ਹਲਕੇ 'ਚ ਆਇਆ ਔਰ ਮੈਂ ਰਿਅਲਾਈਜ਼ ਕੀਤਾ ਕਿ ਹੁਣ ਇਹ ਸਮਾਂ ਘਰ ਬੈਠ ਕੇ ਡਰ ਕੇ ਰੋਣ ਦਾ ਨਹੀਂ ਹੈ। ਮੇਰੇ ਫਾਦਰ ਦੇ ਉੱਤੇ ਸਿਆਸੀ ਬਦਲਾਖੋਰੀ ਕੀਤੀ ਗਈ, ਉਹਨਾਂ ਤੇ ਧੱਕਾ ਕੀਤਾ ਗਿਆ, ਔਰ ਤੇ ਧੱਕੇ ਵਾਲੇ ਸਮੇਂ ਤੇ ਮੈਂ ਆਪਣੇ ਹਲਕੇ ਵਿੱਚ ਜਾਂ ਆਪਣੀ ਲੜਾਈ ਤੋਂ ਦੂਰ ਹੋ ਜਾਵਾਂ, ਉਹ ਮੈਨੂੰ ਆਪਣੇ ਆਪ ਮੇਰੇ ਮਨ ਨੇ ਮੰਨਿਆ ਨਹੀਂ। ਔਰ ਉਸੇ ਕਾਰਨ ਅੱਜ ਮੈਂ ਪਿਛਲੇ 2-2.5 ਮਹੀਨਿਆਂ ਤੋਂ ਜਿੱਥੇ ਵੀ ਮੈਂ ਜਾਂਦਾ ਮੈਂ ਸੱਚ ਬਿਆਨ ਕਰਦਾ। ਕਿਉਂਕਿ ਅਸੀਂ ਜਿੰਨਾ ਕੁ ਤੁਹਾਨੂੰ ਹੁਣ ਤੱਕ ਦੇਖਿਆ ਜਾਣਿਆ, ਮਹਿਤਾਬ ਖਹਿਰਾ ਬੜੇ ਸ਼ਾਏ ਜਿਹੇ ਲੱਗਦੇ ਸੀਗੇ, ਪਹਿਲਾਂ ਬੋਲਦੇ ਨਹੀਂ ਸੀਗੇ, ਮੀਡੀਆ ਦੇ ਵਿੱਚ ਨਹੀਂ ਆਉਂਦੇ ਸੀਗੇ। ਭਾਵੇਂ ਸੁਖਪਾਲ ਖਹਿਰਾ ਦੀ ਬਿਆਨਬਾਜ਼ੀ, ਉਹਨਾਂ ਦੇ ਚੀਜ਼ਾਂ ਪੂਰੀ ਦੁਨੀਆ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਆਲ ਓਵਰ ਜਿੱਥੇ ਪੰਜਾਬੀ ਬੈਠੇ ਹੋਣਗੇ ਉਹ ਪਸੰਦ ਕਰਦੇ ਸੀ ਉਹਨਾਂ ਚੀਜ਼ਾਂ ਨੂੰ। ਮਹਿਤਾਬ ਖਹਿਰਾ ਬਹੁਤ ਸ਼ਾਏ ਜਿਹੇ ਸੀਗੇ, ਇੰਨਾ ਚੇਂਜ ਕਿਵੇਂ ਆਇਆ? ਸ਼ਾਇਦ ਮੈਂ ਹਜੇ ਵੀ ਹਾਂ ਜੀ। ਉਹ ਤਾਂ ਹਾਲਾਤ ਐਸੇ ਬਣੇ ਸਰ, ਮੈਨੂੰ ਪਹਿਲੇ ਮੇਰੇ ਫਾਦਰ ਆਪਣੇ ਆਪ ਹੀ ਇਜ਼ ਅ ਵਨ ਮੈਨ ਆਰਮੀ, ਉਹ ਸਾਰਾ ਕੁਝ ਆਪ ਕਰਦੇ ਨੇ। ਉਹਨਾਂ ਦੀ ਗੈਰ ਹਾਜ਼ਰੀ ਵਿੱਚ ਆਈ ਥਿੰਕ ਇਟ ਇਜ਼ ਮਾਈ ਡਿਊਟੀ ਟੂ ਬੀ ਓਨੈਸਟ, ਮੇਰਾ ਫਰਜ਼ ਹੈ, ਮੈਂ ਆਪਣਾ ਫਰਜ਼ ਅਦਾ ਕਰ ਰਿਹਾ। ਮੇਰੇ ਫਾਦਰ ਇੱਥੋਂ ਉੱਠ ਕੇ ਪਟਿਆਲੇ ਬੈਠੇ ਨੌਜਵਾਨਾਂ ਦੀ ਜੇਲ੍ਹਾਂ 'ਚੋਂ ਉਹਨਾਂ ਨੂੰ ਕਢਵਾਇਆ। ਸੋ ਜੇ ਅੱਜ ਮੇਰੇ ਫਾਦਰ ਨੂੰ ਕਿਸੇ ਗਲਤ ਕੇਸ ਵਿੱਚ ਜਾਂ ਝੂਠੇ ਕੇਸ ਵਿੱਚ ਬੰਦ ਕੀਤਾ ਔਰ ਮੈਂ ਨਾ ਬੋਲਾਂ ਤੇ ਮੈਂ ਰਾਤ ਨੂੰ ਸੌਂ ਨਹੀਂ ਪਾਊਂਗਾ ਜੀ। ਸੋ ਦੈਟਸ ਵਾਈ ਯਾਦ ਆਉਂਦੀ ਆ ਉਹ ਚੀਜ਼ਾਂ ਜਦੋਂ ਪਿਛਲੀ ਵਾਰ ਦੀਆਂ ਚੋਣਾਂ ਤੁਸੀਂ ਚੇਤੇ ਕਰਦੇ ਹੈਗੇ ਹੋ? ਸ਼ਾਇਦ ਇਹੀ ਗੱਡੀ ਹੋਊਗੀ ਜਿੱਥੇ ਖਹਿਰਾ ਹੋਣੀ ਨਾਲ ਬੈਠੇ ਹੋਣਗੇ, ਤੁਸੀਂ ਨਾਲ ਜਾਂਦੇ ਹੋਵੋਗੇ। ਅੱਜ ਉਹ ਕਮੀ ਮਹਿਸੂਸ ਹੋ ਰਹੀ ਹੈਗੀ? ਨਹੀਂ, ਕਮੀ ਆਫ ਕੋਰਸ ਜੇ ਮੈਂ ਕਹਾਂ ਕਿ ਕਮੀ ਮਹਿਸੂਸ ਨਹੀਂ ਹੋ ਰਹੀ, ਮੈਂ ਝੂਠ ਬੋਲ ਰਿਹਾ ਹੂੰਗਾ। ਲੇਕਿਨ ਜਿੱਦਾਂ ਮੈਂ ਕਿਹਾ, ਇਹ ਸਮਾਂ ਭਾਵੁਕ ਹੋ ਕੇ ਇਮੋਸ਼ਨਲ ਹੋਣ ਦਾ ਨਹੀਂ ਹੈ ਜੀ। ਮੈਂ ਅਕਸਰ ਇਹ ਕਹਿੰਦਾ, ਮੈਨੂੰ ਆਪਣਾ ਜਿਹੜਾ ਮੇਰਾ ਟਾਰਗੇਟ ਹੈ ਜਾਂ ਮੇਰਾ ਨਿਸ਼ਾਨਾ ਹੈ ਉਹ ਮੈਨੂੰ ਕਲੀਅਰ ਦਿਖ ਰਿਹਾ, ਔਰ ਮੈਨੂੰ ਬਾਕੀ ਸਾਰਾ ਕੁਝ ਮੈਨੂੰ ਹੋਰ ਦਿਖਦਾ ਨਹੀਂ ਜੀ। ਆਈ ਕੈਨ ਸੀ ਮਾਈ ਟਾਰਗੇਟ, ਆਈ ਕੈਨ ਸੀ ਕਿ ਮੇਰਾ ਮਕਸਦ ਕੀ ਹੈ ਇਸ ਲੜਾਈ 'ਚ। ਤਾਂ ਬਾਕੀ ਸਾਰੀਆਂ ਗੱਲਾਂ ਛੋਟੀਆਂ ਨੇ ਜੀ। ਲੋਕ ਕਹਿ ਰਹੇ ਨੇ ਛੋਟਾ ਸੁਖਪਾਲ ਖਹਿਰਾ ਸਾਨੂੰ ਮਹਿਤਾਬ ਖਹਿਰੇ ਦੇ ਵਿੱਚ ਨਜ਼ਰ ਆ ਰਿਹਾ ਹੈਗਾ, ਯੰਗ ਲੀਡਰ ਹੈਗਾ, ਕਹਿੰਦੇ ਮੌਕਾ ਹੁਣ ਇਹਨਾਂ ਨੂੰ ਵੀ ਦੇਣਾ ਚਾਹੀਦਾ ਹੈ ਅੱਗੇ। ਨਹੀਂ, ਐਸੀ ਕੋਈ ਗੱਲ ਨਹੀਂ ਜੀ। ਮੇਰੇ ਫਾਦਰ ਹਜੇ ਆਪ ਹੀ ਇਜ਼ ਇਨ ਦ ਪ੍ਰਾਈਮ ਆਫ ਹਿਜ਼ ਲਾਈਫ, ਜਿੱਦਾਂ ਕਹਿੰਦੇ ਨੇ ਉਹ ਆਪਣੇ ਮੈਂ ਤਾਂ ਅਕਸਰ ਕਹਿੰਦਾ ਕਿ ਅਜੇ ਪੀਕ 'ਤੇ ਨੇ। ਅਤੇ ਮੇਰੀ ਫੈਮਿਲੀ ਵਿੱਚ ਜੀ ਆਈ ਥਿੰਕ ਤੁਸੀਂ ਜਿੱਦਾਂ ਤੁਹਾਡਾ ਪਹਿਲਾ ਸਵਾਲ ਵੀ ਸੀਗਾ ਕਿ ਤੁਸੀਂ ਕਦੀ ਅੱਗੇ ਨਹੀਂ ਆਏ, ਮੇਰੇ ਫਾਦਰ ਨੇ ਹਮੇਸ਼ਾ ਇਹ ਬਿਲੀਵ ਕੀਤਾ ਕਿ ਇੱਕ ਫੈਮਿਲੀ ਵਿੱਚੋਂ ਇੱਕ ਬੰਦਾ ਪਬਲਿਕ ਸਰਵਿਸ ਕਰੇ ਔਰ ਬਾਕੀ ਜੋ ਆਪਣੇ ਤੁਸੀਂ ਪ੍ਰਾਈਵੇਟ ਹੁੰਦੇ ਕੰਮ। ਮੈਨੂੰ ਪੂਰਾ ਯਕੀਨ ਹੈ ਕਿ ਹਜੇ ਮੇਰੇ ਫਾਦਰ ਹੀ ਇਹ ਕੰਮ ਕਰਾਂਗੇ, ਮੇਰਾ ਕੋਈ ਸਵਾਲ ਨਹੀਂ। ਪਰ ਜੇਕਰ ਕਾਂਗਰਸ ਦੀ ਗੱਲ ਕਰਦੇ ਹੈਗੇ ਆ, ਕਿਸੇ ਨੇ ਇੰਨਾ ਖੁੱਲ੍ਹ ਕੇ ਹਾਂ ਦਾ ਨਾਰਾ ਨਹੀਂ ਮਾਰਿਆ ਹੈਗਾ ਜਿਸ ਤਰੀਕੇ ਦੇ ਨਾਲ ਹੋਣਾ ਚਾਹੀਦਾ ਸੀ। ਲੀਡਰ, ਇੱਕ ਟੌਲ ਲੀਡਰ ਜੇਕਰ ਤੁਹਾਡੀ ਪਾਰਟੀ ਦੇ ਵਿੱਚ ਹੋਵੇ ਤਾਂ ਉਸ ਦੇ ਵਾਸਤੇ ਖੜਾ ਹੋਣਾ ਚਾਹੀਦਾ ਸੀਗਾ। ਲੱਗਦਾ ਉਹ ਵੀ ਕਿਤੇ ਨਾ ਕਿਤੇ ਕਮੀ ਤੁਹਾਨੂੰ ਇਹ ਮਹਿਸੂਸ ਹੁੰਦੀ ਹੈਗੀ ਹੈ? ਗਗਨ ਜੀ, ਟੂ ਬੀ ਓਨੈਸਟ, ਚੰਨੀ ਸਾਹਿਬ ਮੇਰੇ ਘਰ ਆਏ, ਸੀਐਮ ਸਾਹਿਬ ਆਏ, ਸਿੱਧੂ ਸਾਹਿਬ ਨੇ ਮੈਨੂੰ ਟੈਲੀਫੋਨਿਕਲੀ, ਔਰ ਜਦ ਮੈਂ ਉਹਨਾਂ ਨੂੰ ਸੁਲਤਾਨਪੁਰ ਲੋਧੀ 'ਚ ਵੀ ਮਿਲਿਆ, ਉਹਨਾਂ ਨੂੰ ਮੈਨੂੰ ਹੌਸਲਾ ਦਿਵਾਇਆ। ਉਸ ਤੋਂ ਇਲਾਵਾ ਕਾਂਗਰਸ ਹਾਈ ਕਮਾਂਡ ਨੇ ਸਾਨੂੰ ਜੇਲ੍ਹ 'ਚ ਬੈਠੇ ਟਿਕਟ ਦਿੱਤੀ ਹੈ। ਇਸ ਤੋਂ ਵੱਡਾ ਇਸ਼ਾਰਾ ਆਫ ਸਪੋਰਟ ਮੈਨੂੰ ਨਹੀਂ ਲੱਗਦਾ ਕੋਈ ਹੁੰਦਾ। ਜਿੱਥੇ ਤੱਕ ਲੀਡਰਸ ਦੀ ਗੱਲ ਹੈ, ਮੈਂ ਲੀਡਰਸ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ। ਗਰਾਊਂਡ ਲੈਵਲ 'ਤੇ ਭਾਵੇਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਨੂੰ ਕਈ ਫੋਨ ਆਏ ਨੇ, ਕਪੂਰਥਲੇ ਜ਼ਿਲ੍ਹੇ ਤੋਂ ਫੋਨ ਆਉਂਦੇ ਨੇ ਮੈਨੂੰ ਸ਼ਹਿਰ 'ਚੋਂ, ਕਿ ਜੀ ਭਾਵੇਂ ਅਸੀਂ ਸੋ ਐਂਡ ਸੋ ਹੈ ਪਰ ਅਸੀਂ ਤੁਹਾਡੇ ਨਾਲ ਹੈ। ਸੋ ਗਰਾਊਂਡ ਲੈਵਲ 'ਤੇ ਇੰਨੀ ਮਾਸ ਸਪੋਰਟ ਹੈ, ਤਾਂ ਮੈਨੂੰ ਲੀਡਰਸ ਦੇ ਬਾਰੇ ਮੈਂ ਟਿੱਪਣੀ ਨਹੀਂ ਕਰਦਾ। ਕਪੂਰਥਲੇ ਦਾ ਜ਼ਿਕਰ ਕੀਤਾ, ਕਪੂਰਥਲੇ ਕਰਕੇ ਹੀ ਕਿਤੇ ਨਾ ਕਿਤੇ ਉਹ ਸਾਰਾ ਸਿਆਸੀ ਮਾਹੌਲ ਵਿਗੜਿਆ ਸੀਗਾ ਜਦੋਂ ਸੁਖਪਾਲ ਖਹਿਰਾ ਨੇ ਆਵਾਜ਼ ਚੱਕੀ ਸੀ ਤੇ ਰਾਣਾ ਗੁਰਜੀਤ ਨੂੰ ਕੈਬਨਿਟ ਤੋਂ ਅਸਤੀਫਾ ਦੇਣਾ ਪਿਆ ਸੀਗਾ। ਅੱਜ ਰਾਣਾ ਗੁਰਜੀਤ ਕੈਬਨਿਟ ਦੇ ਵਿੱਚ ਹੈਗੇ ਨੇ, ਲੱਗਦਾ ਚੀਜ਼ਾਂ ਠੀਕ ਜਾਣਗੀਆਂ? ਬਿਲਕੁਲ ਜਾਣਗੇ ਜੀ। ਹਰ ਇੱਕ ਬੰਦੇ ਦੀ ਆਪਣੀ ਕਿਸਮਤ ਹੁੰਦੀ ਹੈ, ਉਹਨਾਂ ਬਾਰੇ ਮੈਂ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ। ਜਿੱਦਾਂ ਮੈਂ ਤੁਹਾਨੂੰ ਦੱਸਿਆ, ਮੈਨੂੰ ਆਪਣਾ ਨਿਸ਼ਾਨਾ ਦਿਖ ਰਿਹਾ ਗਗਨ ਜੀ। ਇਹ ਸਾਰੇ ਲੋਕ ਜਾਂ ਸਾਰੀ ਜੋ ਚੀਜ਼ਾਂ ਨੇ ਥੱਲੇ ਰਹਿ ਜਾਂਦੀਆਂ। ਆਈ ਕੈਨ ਸੀ ਮਾਈ ਫਾਈਟ, ਆਈ ਕੈਨ ਸੀ ਮੇਰੀ ਜਿਹੜੀ ਲੜਾਈ ਹੈ, ਟੂ ਬੀ ਓਨੈਸਟ, ਅੱਜ ਬੀਜੇਪੀ ਨਾਲ ਹੈ, ਮੋਦੀ ਜੀ ਨਾਲ ਹੈ। ਮੋਦੀ ਨੇ ਝੂਠੇ ਮੂਠੇ ਕੇਸ ਵਿੱਚ ਜੋ ਵੀ ਹੈ, ਇਨਫੋਰਸਮੈਂਟ ਡਾਇਰੈਕਟਰੇਟ ਜਿਹੜੀ ਹੈ ਉਹ ਚੱਲਦੀ PMO ਤੋਂ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਹਾਈ ਲੈਵਲ ਔਰ ਸੈਂਟਰ ਦੀ ਇੱਕ ਲੀਡਿੰਗ ਇਨਵੈਸਟੀਗੇਟਿਵ ਏਜੰਸੀ ਹੈ। ਕਿਤੇ ਨਾ ਕਿਤੇ ਉਸ ਡਿਪਾਰਟਮੈਂਟ ਨੇ ਮੇਰੇ ਫਾਦਰ ਦੇ ਉੱਤੇ ਗਲਤ ਝੂਠਾ ਕੇਸ ਬਣਾ ਕੇ, ਸੋ ਮੇਰੀ ਲੜਾਈ ਉਹਨਾਂ ਨਾਲ ਹੈ।
ਬੀਜੇਪੀ ਚਾਹੁੰਦੀ ਸੀ ਕਿ ਸੁਖਪਾਲ ਖਹਿਰਾ ਬੀਜੇਪੀ 'ਚ ਸ਼ਾਮਲ ਹੋਵੇ, ਕਿਉਂਕਿ ਇਹ ਚਰਚਾਵਾਂ ਵੀ ਆਈਆਂ ਸੀ ਕਿ ਸੁਖਪਾਲ ਖਹਿਰਾ ਨੂੰ ਬੀਜੇਪੀ 'ਚ ਸ਼ਾਮਲ ਕਰਵਾਉਣਾ ਚਾਹੁੰਦੀ ਸੀਗੀ, ਤਾਂ ਉਹ ਚੀਜ਼ ਨਹੀਂ ਸੰਭਵ ਹੋ ਪਾਈ, ਇਸੇ ਕਰਕੇ ਇਹ ਬਾਂਹ ਜਿਹੜੀ ਹੈ ਉਹ ਮਰੋੜੀ ਗਈ। ਮੈਂ ਉੱਤੇ ਜ਼ਿਆਦਾ ਫਿਰ ਤੋਂ ਟਿੱਪਣੀ ਨਹੀਂ ਕਰਨਾ ਚਾਹੁੰਦਾ। ਇਹ ਕੋਈ ਤਰੀਕਾ ਨਹੀਂ ਹੁੰਦਾ ਜੀ ਕਿਸੇ ਨੂੰ ਜੁਆਇਨ ਕਰਵਾਉਣ ਦਾ। ਕਿਸੇ ਤੇ ਝੂਠਾ ਕੇਸ ਪਵਾ ਲਓ। ਆਪਾਂ ਪੰਜਾਬ ਵਿੱਚ ਬੜੇ ਅਖਲਾਕੀ ਲੋਕ ਨੇ, ਪੰਜਾਬ ਦੇ ਲੋਕ ਇੱਦਾਂ ਹੋਰ ਵੀ ਵੱਡੇ ਲੀਡਰਸ ਦੀ ਜੁਆਇਨਿੰਗ ਹੋਈ ਹੈ। ਮੈਂ ਰਾਣਾ ਗੁਰਜੀਤ ਦੀ ਗੱਲ ਕਰਾਂ, ਰਾਣਾ ਸੋਢੀ ਦੀ ਗੱਲ ਕਰਾਂ, ਜਾਂ ਫਿਰ ਫਤਿਹ ਜੰਗ ਬਾਜਵਾਣਾ ਦੀ ਗੱਲ ਕਰ ਲਾਂ, ਹਰਜੋਤ ਕਮਲ ਵੀ ਆ ਗਏ ਨੇ, ਕਈ ਆਪ ਛੱਡ ਕੇ ਜਾ ਰਹੇ ਨੇ, ਤਾਂ ਲੱਗਦਾ ਹੈ ਕਿ ਇਹ ਬਾਂਹ ਮਰੋੜੀਏ ਜਾ ਰਹੀਆਂ ਨੇ। ਮੈਂ ਤਾਂ 100% ਇਹ ਯਕੀਨ ਕਰਦਾ ਜੀ। ਮੈਂ ਅਕਸਰ ਇਹ ਕਹਿੰਦਾ ਹੈ ਜਿੱਥੇ ਵੀ ਮੈਂ ਜਾਂਦਾ ਹੈ ਕਿ ਜੋ ਇਹਨਾਂ ਦੇ ਕਈ ਡਿਪਾਰਟਮੈਂਟਸ ਨੇ, CBI, ED, ਇਨਕਮ ਟੈਕਸ, ਇਹਨਾਂ ਨੂੰ ਦੇ ਯੂਜ਼ ਇਟ ਐਜ਼ ਅ ਵੈਪਨ ਬਾਂਹ ਮਰੋੜਨ ਲਈ ਜਾਂ XYZ। ਜਿਹੜੇ ਲੋਕ ਗਏ ਨੇ ਉਹ ਉਹਨਾਂ ਦਾ ਕੀ ਕਾਰਨ ਹੈ ਉਹ ਮੈਂ ਨਹੀਂ ਸ਼ਾਇਦ ਦੱਸ ਸਕਦਾ। ਮੈਂ ਕਿਸੇ ਤੇ ਇਦਾਂ ਉਂਗਲ ਨਹੀਂ ਉਠਾਉਣਾ ਚਾਹੁੰਦਾ ਕਿ ਭਾਵੇਂ ਦਬਾਅ 'ਚ ਗਏ ਨੇ ਜਾਂ ਆਪਣੀ ਅੱਗੇ ਫਿਊਚਰ ਪ੍ਰੋਸਪੈਕਟ ਲਈ ਗਏ। ਮੈਂ ਕਹਿ ਨਹੀਂ ਸਕਦਾ। ਬਟ ਜਿੱਥੇ ਤੱਕ ਮੇਰੇ ਫਾਦਰ ਦੀ ਗੱਲ ਹੈ, ਇਹ ਕੋਈ ਤਰੀਕਾ ਨਹੀਂ ਹੋਇਆ ਕਿਸੇ ਨੂੰ ਜੁਆਇਨ ਕਰਵਾਉਣ ਦਾ। ਕਿਸੇ 'ਚ ਪਹਿਲੇ ਝੂਠਾ ਕੇਸ ਪਾ ਦਿਓ, ਫਿਰ ਗਲਤ ਅਰੈਸਟ ਕਰਵਾ ਦਿਓ। ਜੇ ਇੱਦਾਂ ਇਹਨਾਂ ਨੂੰ ਲੱਗਦਾ ਕਿ ਅਸੀਂ ਜੁਆਇਨ ਕਰਾਂਗੇ ਤਾਂ ਬਿਲਕੁਲ ਸਰਾਸਰ ਆਪਣੇ ਗਲਤ ਨੇ। ਅਸੀਂ ਇਦਾਂ ਕਦੇ ਕਰ ਨਹੀਂ ਸਕਦੇ। ਮਤਲਬ ਕਿੰਨੇ ਕੁ ਹੁਣ ਓਪਨਲੀ ਖਹਿਰਾ ਸਾਹਿਬ ਨਾਲ ਗੱਲ ਹੁੰਦੀ ਹੈਗੀ ਹੈ, ਕਿਉਂਕਿ ਤੁਸੀਂ ਉਹਨਾਂ ਦੇ ਵਕੀਲ ਵੀ ਹੈਗੇ, ਰਿਪਰੈਜ਼ੈਂਟ ਕਰ ਰਹੇ ਹੈਗੇ ਹੋ, ਤਾਂ ਕਿੰਨੇ ਓਪਨਲੀ ਗੱਲ ਹੋ ਜਾਂਦੀ ਹੈ? ਮਿਲਾਪ ਕਿੰਨਾ ਕੁ ਹੁੰਦਾ ਹੈਗਾ? ਬਿਕੋਜ਼ ਮੈਂ ਉਹਨਾਂ ਦਾ ਕਾਉਂਸਲ ਹਾਂ ਜੀ। ਮੈਨੂੰ ਮੈਂ ਉਹਨਾਂ ਨੂੰ ਜਦੋਂ ਮਰਜ਼ੀ ਮਿਲ ਸਕਦਾ। ਸਾਡੇ ਕੋਲ ਐਕਸੈਸ ਹੁੰਦਾ ਬਿਕੋਜ਼ ਸਾਡੀ ਬੇਲ ਪੈਂਡਿੰਗ ਆ ਔਰ ਅਸੀਂ ਆਪਣਾ ਡਿਫੈਂਸ ਵੀ ਪ੍ਰੀਪੇਅਰ ਕਰਨਾ ਹੁੰਦਾ। ਹਫ਼ਤੇ 'ਚ ਇੱਕ ਅੱਧੀ ਵਾਰ, 2 ਵਾਰ ਅਸੀਂ ਮਿਲ ਸਕਦੇ ਹਾਂ ਜੀ। ਮਿਲ ਲੈਂਦੇ ਦੇ ਵਿੱਚ ਬੈਠੇ ਗਾਈਡੈਂਸ ਦੇ ਰਹੇ ਨੇ ਲਗਾਤਾਰ ਕਿ ਐਵੇਂ ਕਰਨਾ ਹੈ, ਕਿਉਂਕਿ ਮੇਨ ਕਿਤੇ ਨਾ ਕਿਤੇ ਭੁਲਾਤੀ, ਜੇਕਰ ਆਪਾਂ ਕਹੀਏ ਖਹਿਰਾ ਦੀ, ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਤਾ ਕਿਵੇਂ ਉਹ ਕਰਨੀ ਹੈਗੀ ਹੈ। ਬੈਕਬੋਨ ਤਾਂ ਤੁਹਾਡੀ ਉਹੀ ਹੈਗੇ ਨੇ, ਤਾਂ ਉਹਨਾਂ ਤੋਂ ਕੀ ਗਾਈਡੈਂਸ ਫਿਰ ਲੈ ਰਹੇ ਹੈਗੇ ਹੋ? ਕਿਸ ਤਰੀਕੇ ਦੇ ਨਾਲ ਤੁਸੀਂ ਉਹਨੂੰ ਇੰਪਲੀਮੈਂਟ ਕਰ ਰਹੇ ਹੋ? ਬਿਲਕੁਲ ਸਾਰਾ ਇਨਫੈਕਟ ਰੋਡ ਮੈਪ ਹੀ ਉਹਨਾਂ ਨੇ ਬਣਾ ਕੇ ਦਿੱਤਾ ਜੀ। ਅਸੀਂ ਤਾਂ ਸਿਰਫ ਐਗਜ਼ੀਕਿਊਟ ਕਰ ਰਹੇ ਹਾਂ। ਮੈਂ ਸਿਰਫ ਚਿਹਰਾ ਅੱਗੇ ਜਾ ਕੇ, ਪਿੱਛੇ ਆਵਾਜ਼ ਔਰ ਸਾਰਾ ਮਿਲਦੀਆਂ ਰਹਿੰਦੀਆਂ ਉਹਨਾਂ ਨੂੰ ਸਾਰੀਆਂ ਇੱਥੋਂ ਦੀ ਟਾਈਮਲੀ ਤੁਸੀਂ ਦੀ ਇਨਪੁਟਸ ਦਿੰਦੇ ਰਹਿੰਦੇ ਹੋ? ਬਿਲਕੁਲ ਜੀ। ਅਸੀਂ ਵੀ ਕੀ, ਮੈਂ ਉਹਨਾਂ ਨੂੰ ਅਪ ਟੂ ਡੇਟ ਰੱਖਣਾ ਸਮਝਦਾ ਕਿ ਬਹੁਤ ਇੰਪੋਰਟੈਂਟ ਹੈ। ਉਹੀ ਸਾਨੂੰ ਗਾਈਡ ਕਰਦੇ ਨੇ, ਉਹੀ ਡਾਇਰੈਕਟ ਕਰਦੇ ਨੇ। ਅਸੀਂ ਬਸ ਬੂਟਸ ਔਨ ਦ ਗਰਾਊਂਡ ਹੈ, ਲਾਈਕ ਦਿਸ। ਕਹਿ ਕੀ ਰਹੇ ਨੇ ਖਹਿਰਾ ਅੰਦਰ? ਹੁਣ ਸਮਾਂ ਕਾਫੀ ਹੋ ਗਿਆ ਜੇਲ੍ਹ ਦੇ ਵਿੱਚ। ਸੁਖਪਾਲ ਖਹਿਰਾ ਦਾ ਕੀ ਸੁਨੇਹਾ ਹੈਗਾ? ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੈਗੇ ਨੇ? ਉਹ ਕੀ ਚੀਜ਼ ਉਹ ਸੋਚਦੇ ਪਏ ਨੇ ਇਸ ਵੇਲੇ? ਉਹਨਾਂ ਨੇ ਮੈਨੂੰ ਬੜੀ 3-4 ਗੱਲਾਂ, ਅਸੀਂ ਜਦੋਂ ਪਹਿਲੀ ਵਾਰੀ ਮਿਲੇ ਆ ਤਾਂ ਉਹਨਾਂ ਨੇ ਮੈਨੂੰ 3-4 ਗੱਲਾਂ ਪਹਿਲੇ ਕਲੀਅਰ ਕਰਤੀਆਂ ਸੀਗਾ ਕਿ ਆਪਾਂ ਜਾਓ ਆਪਣੇ ਹਲਕੇ 'ਚ ਜਾ ਕੇ ਸੱਚ ਦੱਸੋ ਲੋਕਾਂ ਨੂੰ। ਮੈਂ ਅੱਜ ਵੀ ਜਿੱਦਾਂ ਹੁਣ ਤੁਸੀਂ ਮੇਰੇ ਨਾਲ ਮੀਟਿੰਗ ਤੋਂ ਆਏ ਹੋ, ਅਸੀਂ ਜਿੱਥੇ ਪਿੰਡ ਜਾ ਕੇ ਅਸੀਂ ਇਹੀ ਗੱਲ ਦੱਸ ਰਹੇ ਹਾਂ ਕਿ ਸਾਡੇ ਨਾਲ ਧੱਕਾ ਹੋਇਆ, ਸੱਚ ਬੋਲਣ ਦਾ ਫਲ ਮਿਲਿਆ ਇਸ ਦੇਸ਼ ਵਿੱਚ। ਤੇ ਇਹੀ ਉਹਨਾਂ ਦੀ ਡਾਇਰੈਕਸ਼ਨਸ ਹੈ, ਜਿੱਦਾਂ ਉਹ ਡਾਇਰੈਕਟ ਕਰਦੇ ਅਸੀਂ ਅਪੇਅਰ ਹੋਈ ਜਾ ਰਹੇ ਹਾਂ। ਕੋਈ ਕਾਂਗਰਸ ਦਾ ਸੀਨੀਅਰ ਲੀਡਰ ਆ ਰਿਹਾ ਇੱਥੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਦੇ? ਹਾਲਾਂਕਿ ਪਾਬੰਦੀਆਂ EC ਨੇ ਲਗਾਈਆਂ ਹੋਈਆਂ ਨੇ, ਅੱਗੇ ਵੀ ਵੱਧ ਸਕਦੀਆਂ ਨੇ, ਪਰ ਕੀ ਲੱਗਦਾ ਹੈ, ਕਿਉਂਕਿ ਕਮੀ ਤਾਂ ਹੁੰਦੀ ਹੈਗੀ ਹੈ ਇੱਕ ਲੀਡਰ ਦੀ, ਉਸ ਨੂੰ ਪੂਰਾ ਕਰਨ ਦੇ ਲਈ ਕਿਸੇ ਨਾਲ ਗੱਲ ਹੋਈ ਤੁਹਾਡੀ ਕਿ ਆਓ ਇੱਥੇ ਆ ਕੇ ਇੱਕ ਵਾਰ ਪ੍ਰਚਾਰ ਕਰਕੇ ਜਾਓ? ਮੇਰੀ ਇਹ ਖਾਸ ਕਰਕੇ ਇੱਦਾਂ ਕਿਸੇ ਨਾਲ ਗੱਲ ਨਹੀਂ ਹੋਈ ਬਿਕੋਜ਼ ਜਿਹੜੇ ਤੁਸੀਂ ਪਾਬੰਦੀਆਂ ਦੀ ਗੱਲ ਕਰ ਰਹੇ ਹੋ ਵੈਸੇ ਵੀ 22 ਤਰੀਕ ਤੱਕ ਇਫ ਆਮ ਨਾਟ ਰੋਂਗ ਉਹ ਐਕਸਟੈਂਡ ਹੋ ਚੁੱਕੀਆਂ ਨੇ। ਬਾਹਰੋਂ ਆਪਾਂ ਵੱਡਾ ਇਕੱਠ ਕਰ ਨਹੀਂ ਸਕਦੇ, ਸੋ ਅਸੀਂ ਆਪਣਾ ਮਾਈਕਰੋ ਮੈਨੇਜ ਕਰਕੇ ਪਿੰਡਾਂ ਵਿੱਚ ਜਾ ਰਹੇ ਹਾਂ ਜੀ। ਸਹੀ ਟਾਈਮ ਆਉਣ 'ਤੇ ਸਾਰੇ ਵੱਡੇ ਲੀਡਰਸ ਨੂੰ, CM ਸਾਹਿਬ ਨੂੰ ਵੀ ਅਸੀਂ ਰਿਕੁਐਸਟ ਕਰਾਂਗੇ ਕਿ ਸਾਡੇ ਨਾਲ ਆਓ। ਬਟ ਉਹਦੇ ਲਈ ਮੈਂ ਪਹਿਲੇ ਚਾਹੁੰਦਾ ਕਿ ਮੇਰੇ ਫਾਦਰ ਇੱਥੇ ਹੋਣ, ਕਿ ਉਹਨਾਂ ਦੇ ਹਾਜ਼ਰੀ 'ਚ ਕੋਈ ਵੱਡਾ ਲੀਡਰ ਆਏ ਤੇ ਫਿਰ ਸਾਡੀ ਜਿਹੜੀ ਕੈਂਪੇਨ ਹੈ ਉਹਨੂੰ ਚਾਰ ਚੰਨ ਲੱਗ। ਡੇਟ ਕਦੋਂ ਹੈਗੀ ਹੈ? ਕੀ ਉਮੀਦਾਂ ਲੱਗਦੀਆਂ ਤੁਹਾਨੂੰ ਕਿ ਖਹਿਰਾ ਹੋਣੀ ਬਾਹਰ ਆ ਜਾਣਗੇ, ਜਾਂ ਫਿਰ ਅੰਦਰੋਂ ਹੀ ਸਾਰਾ ਮੋਰਚਾ ਉਹਨਾਂ ਨੂੰ ਸਾਹਮਣਾ ਪਏਗਾ? ਗਗਨ ਜੀ, ਆਈ ਐਮ ਵੈਰੀ ਹੋਪਫੁਲ ਬਿਕੋਜ਼ ਦੇਖੋ ਥੋੜ੍ਹੀ ਜਿਹੀ ਲੰਬੀ ਗੱਲ ਹੈ। ਚਲਾਨ ਜਿਹੜਾ ਹੁੰਦਾ ਜਿਹਨੂੰ ਆਪਾਂ ਚਾਰਜ ਸ਼ੀਟ ਕਹਿੰਦੇ ਇੰਗਲਿਸ਼ ਵਿੱਚ, ਉਹ ਪੇਸ਼ ਹੋ ਚੁੱਕਾ। ਜਦ ਚਲਾਨ ਪੇਸ਼ ਹੋ ਜਾਂਦਾ ਉਹਦਾ ਮਤਲਬ ਹੈ ਕਿ ਜਿਹੜੀ ਤਫਤੀਸ਼ ਹੈ ਜਾਂ ਇਨਵੈਸਟੀਗੇਸ਼ਨ ਹੈ ਉਹ ਖਤਮ ਹੋ ਚੁੱਕੀ ਹੈ। ਔਰ ਜਦ ਮੈਂ ਹਾਈ ਕੋਰਟ ਵਿੱਚ ਆਪਣਾ ਲਾਇਰ ਵੀ ਹਾਂ, ਔਰ ਮੈਂ ਆਪ ਆਪਣੇ ਕੇਸਿਸ ਵਿੱਚ ਕਈ ਵਾਰ ਦੇਖਿਆ ਜਿੱਥੇ ਚਲਾਨ ਪੇਸ਼ ਹੋ ਗਿਆ ਉੱਥੇ ਕੋਰਟ ਜਿਹੜੀ ਉਹ ਰੈਗੂਲਰ ਬੇਲ ਗ੍ਰਾਂਟ ਕਰ ਦਿੰਦੀ ਹੈ। ਸਭ ਤੋਂ ਵੱਡਾ ਇੱਕ ਐਸਪੈਕਟ ਵਿੱਚ ਜੋ ਮੈਂ ਤੁਹਾਡੇ ਸਾਹਮਣੇ ਵੀ ਤੁਹਾਨੂੰ ਔਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ, ਤੁਹਾਨੂੰ ਸਾਰਿਆਂ ਨੂੰ ਯਾਦ ਹੈ, 9 ਮਾਰਚ ਨੂੰ ਸਾਡੇ ਘਰ ਛਾਪੇ ਮਾਰਿਆ ਗਿਆ। ਛਾਪੇ ਥਾਵਾਂ ਦੇ ਉੱਤੇ? ਹਾਂਜੀ, ਮੇਰੇ ਘਰਾਂ 'ਚ। ਉੱਥੇ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਜਿਹਦੇ ਵਿੱਚ ਲਿਖਿਆ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ 3 ਵੱਡੇ ਐਲੀਗੇਸ਼ਨਸ ਨੇ ਜਿਹਦੇ ਕਾਰਨ ਅਸੀਂ ਛਾਪੇਮਾਰੀ ਕੀਤੀ ਹੈ। ਫੇਕ ਪਾਸਪੋਰਟ ਸਕੈਮ, ਡਰੱਗ ਕਿੰਗਪਿਨ ਐਂਡ ਫੋਰਨ ਫੰਡਿੰਗ। ਇਹ 3 ਐਲੀਗੇਸ਼ਨਸ ਲਾਈਆਂ ਸੀ ਜਿਹਦੇ ਬੇਸਿਸ ਤੇ ਸਾਡੇ ਤੇ ਰੇਡ ਮਾਰੀ ਗਈ। ਫਿਰ 9 ਮਹੀਨੇ ਮੇਰੇ ਫਾਦਰ ਉੱਥੇ ਪੇਸ਼ ਹੁੰਦੇ ਰਹੇ ਵੋਲੰਟੈਰੀਲੀ, ਆਈ ਮਸਟ ਸੇ। 10 ਨਵੰਬਰ ਨੂੰ ਸਮਨ ਸੀਗਾ ਜੀ, 10 ਨਵੰਬਰ ਨੂੰ ਪੇਸ਼ ਹੋਏ। 11 ਨਵੰਬਰ ਦਾ ਸਮਨ ਨਹੀਂ ਸੀ, ਫਿਰ ਵੀ ਉਹਨਾਂ ਨੇ ਆਪ ਆਫਰ ਕੀਤਾ ਕਿ ਮੈਂ ਆਊਂਗਾ, ਆਪਣਾ ਸਟੇਟਮੈਂਟ ਰਿਕਾਰਡ ਕਰਾ ਦੂੰਗਾ, ਤੁਸੀਂ ਚੰਡੀਗੜ੍ਹ ਆਏ ਹੋਏ। 11 ਨਵੰਬਰ ਨੂੰ ਉਹਨਾਂ ਨੇ
ਮੇਰੇ ਫਾਦਰ ਨੂੰ ਅਰੈਸਟ ਕੀਤਾ। ਗਰਾਊਂਡਸ ਆਫ ਅਰੈਸਟ ਹੁੰਦੇ ਆ ਗਗਨ ਜੀ, ਵਿੱਚ ਉਹ ਸਾਰਿਆਂ ਨੂੰ ਪ੍ਰੋਵਾਈਡ ਕੀਤੇ ਜਾਂਦੇ ਆ। ਜੇ ਮੈਂ ਜਦ ਕੋਈ ਅਥਾਰਟੀ ਤੁਹਾਨੂੰ ਅਰੈਸਟ ਕਰਦੀ ਹੈ, ਤੁਹਾਨੂੰ ਦੱਸਿਆ ਜਾਂਦਾ ਹੈ ਤੁਹਾਡਾ ਕਸੂਰ ਕੀ ਹੈ, ਤੁਹਾਡਾ ਗਰਾਊਂਡ ਕੀ ਹੈ। ਮੇਰੇ ਫਾਦਰ ਨੂੰ ਗਰਾਊਂਡਸ ਆਫ ਅਰੈਸਟ ਪੜ੍ਹਾਏ ਗਏ, ਲੇਕਿਨ ਉਹਨਾਂ ਨੇ ਉਹ ਕਾਪੀ ਸਾਨੂੰ ਨਹੀਂ ਦਿੱਤੀ। ਉਹ ਕਾਪੀ ਅੱਜ ਮੇਰੇ ਕੋਲ ਨਹੀਂ ਹੈ। ਉਹ ਮੇਰਾ ਡਿਫੈਂਸ ਮੇਰਾ ਹਰਟ ਕਰਦੀ ਹੈ, ਲੇਕਿਨ ਜਿਹੜਾ ਚਲਾਨ ਹੈ ਉਹ ਅੱਜ ਮੇਰੇ ਕੋਲ ਹੈ, ਔਰ ਮੇਰੇ ਕੋਲ ਹੁਣੇ ਪ੍ਰੈਜ਼ੈਂਟਲੀ ਨਹੀਂ ਹੈ। ਬੜੀ ਹੈਰਾਨੀ ਵਾਲੀ ਗੱਲ ਹੈ, ਜੋ 3 ਚੀਜ਼ਾਂ ਮੈਂ ਤੁਹਾਨੂੰ ਦੱਸੀਆਂ, ਉਹ ਤਿੰਨਾਂ ਨੂੰ ਗਰਾਊਂਡਸ ਆਫ ਅਰੈਸਟ ਨੂੰ ਐਲੀਗੇਸ਼ਨਸ ਜਾਂ ਚਾਰਜ ਨਹੀਂ ਬਣਾਇਆ ਗਿਆ ਕੰਪਲੇਂਟ ਵਿੱਚ, ਚਲਾਨ ਵਿੱਚ। ਸੋ ਜਿਹੜੇ ਆਧਾਰ ਤੇ ਸਾਨੂੰ ਅਰੈਸਟ ਕਰਦੇ ਆ, ਉਹ ਐਲੀਗੇਸ਼ਨ ਸਾਡੇ ਤੇ ਹੈ ਹੀ ਨਹੀਂ ਹੁਣ। ਸੋ ਬੜੀ ਹੈਰਾਨੀ ਵਾਲੀ ਗੱਲ ਹੈ। ਇਹ ਗੱਲ ਅਸੀਂ ਕੋਰਟ ਨੂੰ ਦੱਸਾਂਗੇ ਕਿ ਜਿਹੜੇ ਗਰਾਊਂਡ 'ਤੇ ਤੁਸੀਂ ਸਾਨੂੰ ਰੇਡ ਕਰਦੇ ਹੋ, ਸਾਨੂੰ ਅਰੈਸਟ ਕਰਦੇ ਹੋ, ਉਹ ਅੱਗੇ ਜਾ ਕੇ ਤੁਸੀਂ ਸਾਨੂੰ ਅਲੈਜ ਨਹੀਂ ਕਰਦੇ ਸਾਡੇ ਤੇ, ਫਿਰ ਸਾਨੂੰ ਅਰੈਸਟ ਕਿਉਂ ਕੀਤਾ? ਸੋ ਇਟ ਮੀਨਸ ਕਿ ਇਨਵੈਸਟੀਗੇਸ਼ਨ ਵਿੱਚ ਕਲੀਅਰ ਹੋ ਗਿਆ ਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਦਾ ਨਾ ਤਾਂ ਕੋਈ ਫੇਕ ਪਾਸਪੋਰਟ ਨਾਲ ਕੋਈ ਲੈਣ ਦੇਣ, ਉਹ ਤਾਂ ਮੈਨੂੰ ਪਹਿਲੇ ਵੀ ਕਦੀ ਸਮਝ ਨਾ ਆਇਆ, ਨਾ ਹੀ ਉਹ ਕਿਤੇ ਗੱਲ ਹੈ ਕੋਈ ਡਰੱਗ ਕਿੰਗ ਪਿਨ ਹੈ। ਇੱਕ ਬਹੁਤ ਵੱਡੀ ਡੈਫੇਮੇਸ਼ਨ ਦਾ ਇੱਕ ਉਹ ਚੱਲਿਆ ਸੀ, ਮੁਹਿੰਮ ਚੱਲੀ ਸੀ, ਜੇ ਮੇਰੇ ਫਾਦਰ ਨੂੰ ਡਿਫੇਮ ਕੀਤਾ ਗਿਆ ਕਿ ਜੀ ਡਰੱਗ ਕਿੰਗ ਪਿਨ ਹੈ। ਔਰ ਇੱਕ ਫੋਰਨ ਫੰਡਿੰਗ ਦੀ ਗੱਲ ਆਈ, ਅੱਜ ਮੈਂ ਤੁਹਾਨੂੰ ਚਲਾਨ ਪੜ੍ਹਾ ਸਕਦਾ, ਉਹਦੇ ਅੰਦਰ ਫੋਰਨ ਫੰਡਿੰਗ ਦਾ, ਫੇਕ ਪਾਸਪੋਰਟ ਦਾ। ਫੰਡਿੰਗ ਦੀ ਇਹ ਗੱਲ ਆਉਂਦੀ ਸੀ ਕਿਉਂਕਿ ਆਮ ਆਦਮੀ ਪਾਰਟੀ ਸੀਗੇ ਤਾਂ ਵਿਦੇਸ਼ਾਂ ਦੇ ਵਿੱਚ ਕਹਿੰਦੇ ਗਏ ਤੁਹਾਡੀ ਵੀ NRI ਬੈਲਟ ਹੈਗੀ ਹੈ, ਤਾਂ ਕਹਿੰਦੇ ਕਿ ਪੈਸਾ ਚੰਗਾ ਸੁਖਪਾਲ ਖਹਿਰਾ ਨੇ ਉੱਥੋਂ ਦੀ ਇਕੱਠਾ ਕੀਤਾ ਸੀ। ਇਕੱਠਾ ਫਿਰ ਦੱਸੋ ਨਾ, ਅਲੈਜ ਕਰੋ ਸਾਡੇ ਤੇ। ਉਹ ਅੱਜ ਉਹ ਐਲੀਗੇਸ਼ਨ ਹੀ ਹਟਾ ਦਿੱਤੀ ਹੈ। ਜੋ ਹੁਣ ਚਲਾਨ ਦੇ ਅੰਦਰ ਬੇਸਿਕਲੀ ਸਰ, ਜੋ ਤਫਤੀਸ਼ ਦੇ ਅੰਦਰ ਜਾਂ ਇਨਵੈਸਟੀਗੇਸ਼ਨ ਦੇ ਅੰਦਰ ਮਟੀਰੀਅਲ ਇਕੱਠਾ ਹੁੰਦਾ, ਉਸ ਤੋਂ ਬਾਅਦ ਤੁਹਾਡੇ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਹੁੰਦੀ ਹੈ ਉਹ ਤੁਹਾਡੇ ਤੇ ਅਲੈਜ ਕਰਦੀ ਹੈ ਕਿ ਗਗਨ ਜੀ ਨੇ ਇੰਨੇ ਪੈਸੇ ਖਾਦੇ ਆ। ਉਹ ਐਲੀਗੇਸ਼ਨ ਹੀ ਨਹੀਂ ਗਏ ਮੇਰੇ ਸਾਡੇ ਖਿਲਾਫ। ਅੱਜ ਤੁਹਾਡੇ ਹਿਸਾਬ ਦੇ ਨਾਲ ਕੇਸ ਹੁਣ ਸਟੈਂਡ ਨਹੀਂ ਕਰਦਾ ਹੈਗਾ? ਕੇਸ ਬਹੁਤ, ਮੇਰੇ ਹਿਸਾਬ ਨਾਲ ਤਾਂ ਜੀ ਕੇਸ ਪਹਿਲੇ ਹੀ ਬਹੁਤ ਵੀਕ ਸੀਗਾ। ਇਸ ਚਲਾਨ ਨਾਲ ਪੇਸ਼ ਹੋਣ ਨਾਲ ਅੱਜ ਸਾਡੇ ਰਾਹ ਕਾਫੀ ਖੁੱਲ ਜਾਂਦੇ, ਸੱਚ ਬਾਹਰ ਆਉਂਦਾ। ਮੈਂ ਵੀਡੀਓ ਪਾਈ ਸੀ ਇਸ ਤੇ, ਸਾਨੂੰ ਕਿਹਾ ਗਿਆ ਸੀਗਾ ਕਿ ਜੀ ਸੁਖਪਾਲ ਸਿੰਘ ਖਹਿਰਾ ਨਸ਼ਾ ਤਸਕਰ ਹੈ, ਬੜੀ ਵੱਡੀ ਐਲੀਗੇਸ਼ਨ ਹੁੰਦੀ ਹੈ। ਮੇਰੀ ਫੈਮਿਲੀ ਨੇ ਇਸ ਹਲਕੇ ਵਿੱਚ 50 ਸਾਲ ਲਾਏ ਆ। ਇਸ ਹਲਕੇ ਵਿੱਚ 1.5 ਲੱਖ ਵੋਟਰ ਹੈ, ਕਿਸੇ ਇੱਕ ਬੰਦਾ ਨਹੀਂ ਉੱਠ ਕੇ ਕਹਿ ਸਕਦਾ ਕਿ ਇਹਨਾਂ ਨੇ ਸਾਡੇ ਨਾਲ ਪੈਸਾ ਖਾਦਾ ਜਾਂ ਕੋਈ ਧੱਕਾ ਕੀਤਾ ਹੈ, ਕੋਈ ਐਸੀ ਗੱਲ। ਤੇ ਦੂਜੇ ਪਾਸੇ ਮੋਦੀ ਦੀ ਇੱਕ ED ਦੀ ਟੀਮ ਆ ਕੇ ਸਾਡੇ ਤੇ ਐਸੇ ਇਲਜ਼ਾਮ ਲਾਉਂਦੀ ਹੈ। ਬੀਬੀ ਜਗੀਰ ਕੌਰ ਜ਼ਰੂਰ ਇਲਜ਼ਾਮ ਲਾਉਂਦੇ ਹੈਗੇ ਨੇ। ਮੈਂ ਥੋੜੇ ਦਿਨ ਪਹਿਲਾਂ ਇੰਟਰਵਿਊ ਕਰ ਰਿਹਾ ਸੀ ਉਹਨਾਂ ਨਾਲ, ਤਾਂ ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਪਿਛਲੀ ਵਾਰ ਚੋਣਾਂ ਸੀਗੀਆਂ ਤਾਂ ਉਦੋਂ ਮੇਰਾ ਕੋਰਟ ਦਾ ਮਾਮਲਾ ਚੱਲ ਰਿਹਾ ਸੀ, ਇਸ ਕਰਕੇ ਮੈਂ ਚੋਣ ਨਹੀਂ ਲੜ ਪਾਈ ਸੀ। ਪਰ ਕਹਿੰਦੇ ਸੁਖਪਾਲ ਖਹਿਰਾ ਉਦੋਂ ਬਿਆਨਬਾਜ਼ੀਆਂ ਦਿੰਦੇ ਹੁੰਦੇ ਸੀਗੇ ਕਿ ਦੇਖ ਲਓ ਇਹਨੂੰ ਮੈਂ ਸਜ਼ਾ ਦਿਵਾਊਂਗਾ। ਕਹਿੰਦੇ ਮੈਂ ਉਸ ਦੇ ਵਿੱਚੋਂ ਨਿਕਲ ਕੇ ਬਾਹਰ ਆਈ, ਪਰ ਕਹਿੰਦੇ ਮੈਂ ਖਹਿਰਾ ਉਹਦੇ ਉੱਤੇ ਨਹੀਂ ਬੋਲਣਾ ਕਿਉਂਕਿ ਮਾਮਲਾ ਜਿਹੜਾ ਹੈਗਾ ਉਹ ਇਸ ਵੇਲੇ ਕੋਰਟ ਦੇ ਵਿੱਚ। ਮੈਂ ਠੀਕ ਹੈ ਜੀ, ਸਮਝਦਾਰ ਨੇ, ਮੈਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ। ਮੈਂ ਤੁਹਾਨੂੰ ਦੱਸਿਆ ਗਗਨ ਜੀ, ਮੇਰਾ ਮਕਸਦ ਔਰ ਮੇਰੀ ਲੜਾਈ, ਮੈਨੂੰ ਆਪਣਾ ਟਾਰਗੇਟ ਔਰ ਮੇਰੀ ਲੜਾਈ ਦਿਖਦੀ ਹੈ, ਉਹਨਾਂ ਵਿੱਚ ਇਹ ਸਾਰੇ ਕਿਤੇ ਹਿੱਸੇ 'ਚ ਨਹੀਂ ਆ। ਜਗੀਰ ਕੌਰ ਕਹਿੰਦੇ ਇਸ ਵਾਰ ਤਾਂ ਭਾਵੇਂ ਮੈਂ ਪ੍ਰਚਾਰ ਵੀ ਨਾ ਕਰਾਂ, ਘਰ ਬੈਠੇ ਜਿੱਤਰੀ ਹੈਗੀਆਂ ਮੈਂ। ਲੱਗਦਾ ਇਸ ਵੇਲੇ ਟੱਕਰ ਤੁਹਾਡੀ, ਕਿਉਂਕਿ ਭੁਲੱਥ ਐਸੀ ਸੀਟ ਹੈ ਜਿੱਥੇ ਫੇਸ ਟੂ ਫੇਸ ਲੜਾਈ ਹੁੰਦੀ ਹੈਗੀ ਹੈ। ਜੇ ਭਾਵੇਂ ਬੀਬੀ ਵੀ ਕਿਸੇ ਹੋਰ ਪਾਰਟੀ ਚਲੇ ਜਾਣ ਤਾਂ ਉਹ ਬੀਬੀ ਵਰਸਸ ਖਹਿਰਾ ਹੀ ਹੋਏਗਾ। ਜੇ ਉਹ ਘਰ ਬਹਿਣਾ ਚਾਹੁੰਦੇ ਜੀ, ਮੋਸਟ ਵੈਲਕਮ ਮੇਰੇ ਵੱਲੋਂ, ਘਰ ਬੈਠਣ, ਚਾਹ ਪੀਣ, ਅਸੀਂ ਆਪਣੀ ਲੜਾਈ ਲੜਾਂਗੇ ਜੀ। ਲੜਾਈ ਕਦੀ ਵੀ ਕੋਈ ਸੌਖੀ ਨਹੀਂ ਹੁੰਦੀ, ਸਿਆਸੀ ਲੜਾਈ ਖਾਸ ਕਰਕੇ। ਔਰ ਜੇ ਜਾ ਕੇ ਮੈਂ ਇਹ ਕਹਾਂ ਕਿ ਜੀ ਸਾਡੀ ਲੜਾਈ ਬਹੁਤ ਸੌਖੀ ਹੈ ਤੇ ਅਸੀਂ ਜਿੱਤ ਗਏ ਹੋਏ ਹਾਂ, ਐਸੀ ਗੱਲ ਨਹੀਂ। ਮੈਂ ਇਸ ਫਾਈਟ ਨੂੰ ਬਹੁਤ ਅਹਿਮੀਅਤ ਦਿੰਦਾ ਤੇ ਮੈਂ ਆਪਣਾ ਪੂਰਾ, ਜਦ ਮੈਂ ਸਵੇਰੇ ਉੱਠਦਾ ਮੈਂ ਲੜਾਈ ਵਾਸਤੇ ਤਿਆਰ ਹੁੰਦਾ ਸਰ। ਤੋ ਆਈ ਐਮ ਰੈਡੀ ਫॉर। ਸੋਚ ਕੀ ਹੁੰਦੀ ਹੈ ਜਦੋਂ ਸਵੇਰੇ ਉੱਠ ਰਹੇ ਹੁੰਦੇ ਹੋ, ਰਾਤ ਨੂੰ ਜਦੋਂ ਸੋ ਰਹੇ ਹੁੰਦੇ ਹੋ, ਕੀ ਟੈਨਸ਼ਨ ਹੁੰਦੀ ਹੈ, ਕੀ ਚੀਜ਼ਾਂ ਦਿਮਾਗ ਦੇ ਵਿੱਚ ਚੱਲਦੀਆਂ ਹੁੰਦੀਆਂ? ਕਈ ਗੱਲਾਂ ਹੁੰਦੀਆਂ ਸਰ ਇੱਦਾਂ। ਮੈਂ ਇੰਨਾ ਇਮੋਸ਼ਨਲ ਨਹੀਂ ਆ, ਮੈਂ ਕਾਫੀ ਪ੍ਰੈਕਟੀਕਲੀ ਸੋਚਦਾ ਕਿ ਹੁਣ ਸਵੇਰੇ ਆਪਾਂ ਜਿੱਦਾਂ ਕੋਈ ਦਿਨ ਦੇ ਪਲਾਨ ਹੈ ਕਿ ਇਹਨੂੰ ਆਪਾਂ ਐਗਜ਼ੀਕਿਊਟ ਕਰੀਏ, ਔਰ ਜਿੰਨਾ ਮੈਂ ਮਾਸ ਕੰਟੈਕਟ ਕਰ ਸਕਦਾ, ਜਿੰਨਾ ਮੈਂ ਆਪਣੀ ਗੱਲ ਸੁਣਾ ਸਕਦਾ, ਉਹਦੇ 'ਚ ਮੇਰਾ ਹੀ ਭਲਾ। ਤੁਸੀਂ ਇੱਥੇ ਆਏ ਹੋ, ਆਈ ਐਮ ਗ੍ਰੇਟਫੁਲ ਕਿ ਤੁਸੀਂ ਮੇਰੀ ਆਵਾਜ਼ ਬਣ ਕੇ ਅੱਗੇ ਲੈ ਕੇ ਜਾ ਰਹੇ ਹੋ। ਆਈ ਐਮ ਵੈਰੀ ਗ੍ਰੇਟਫੁਲ ਟੂ ਯੂ। ਮਹਿਤਾਬ ਖਹਿਰਾ ਨੂੰ ਇਸ ਵੇਲੇ ਸਿਆਸਤ ਕਿਹੋ ਜਿਹੀ ਲੱਗ ਰਹੀ ਹੈ? ਕਿਵੇਂ ਸਿਆਸਤ ਸਮਝ ਆ ਰਹੀ ਹੈਗੀ ਹੈ? ਇੱਕ ਤੁਹਾਡਾ ਪ੍ਰੋਫੈਸ਼ਨ, ਹਾਲਾਂਕਿ ਵਾਹ ਤਾਂ ਫਿਰ ਵੀ ਇਹੋ ਜਿਹੇ ਲੋਕਾਂ ਨਾਲ ਪੈਂਦਾ ਬਹੁਤ ਹੈ, ਪਰ ਖਹਿਰਾ ਉਹਨਾਂ ਨੂੰ ਕਿਵੇਂ ਸਿਆਸਤ ਲੱਗ ਰਹੀ? ਮੈਂ ਇਹ ਕਰਦਾ ਰਿਹਾ ਜੀ। ਮੈਂ 2007 ਦੀ ਇਲੈਕਸ਼ਨਾਂ ਤੋਂ ਕੈਂਪੇਨਿੰਗ ਦੇ ਟਾਈਮ ਮੈਂ ਬਹੁਤ ਐਕਟਿਵ ਰਿਹਾ, ਭਾਵੇਂ ਉਹ ਡੋਰ ਟੂ ਡੋਰ ਹੋਏ ਜਾਂ ਛੋਟੀ ਨੁੱਕੜ ਮੀਟਿੰਗਸ ਹੋਏ ਜਾਂ ਭਾਵੇਂ ਵੱਡੀਆਂ ਰੈਲੀਆਂ ਹੋਣ, ਮੈਂ ਕਰਦਾ ਰਿਹਾ ਸਾਰਾ ਕੁਝ। ਅਫਕੋਰਸ ਹੁਣ ਥੋੜ੍ਹਾ ਬਰਡਨ ਹੈ ਮੇਰੇ 'ਤੇ, ਬਟ ਮੈਂ ਪਿੱਛੇ ਹਟਣ ਵਾਲਿਆਂ 'ਚੋਂ ਨਹੀਂ ਹਾਂ ਸਰ, ਇਹ ਤਾਂ ਚੱਲੂਗਾ ਇੱਦਾਂ ਹੀ। ਪਰਿਵਾਰ ਦੇ ਵਿੱਚ ਵੀ ਸਾਰੇ ਇਸ ਵੇਲੇ ਮੈਦਾਨ ਦੇ ਵਿੱਚ ਨੇ। ਜੇਕਰ ਮੈਂ ਗੱਲ ਕਰਾਂ ਖਹਿਰਾ ਉਹਨਾਂ ਦੇ ਵਾਈਫ ਦੀ, ਤੁਹਾਡੇ ਮਦਰ ਦੀ, ਤਾਂ ਉਹ ਵੀ ਲਗਾਤਾਰ ਕੈਂਪੇਨ ਕਰ ਰਹੇ ਨੇ, ਲੋਕਾਂ ਨੂੰ ਜਾ ਕੇ ਮਿਲ ਰਹੇ ਨੇ। ਬਿਲਕੁਲ ਜੀ, ਮੇਰੇ ਵਾਈਫ, ਮੇਰੇ ਮਦਰ, ਮੇਰੀ ਸਿਸਟਰ ਔਰ ਮੇਰੇ ਬ੍ਰਦਰ ਇਨ ਲਾਅ, ਮੈਂ ਤੁਸੀਂ ਅੱਗੇ ਬੈਠੇ ਮੇਰੇ ਕਜ਼ਨ ਨੂੰ ਵੀ ਦੇਖ ਰਹੇ ਹੋ। ਅਸੀਂ ਸਾਰੀ ਫੈਮਿਲੀ ਐਜ਼ ਅ ਯੂਨਿਟ ਇਕੱਠੇ ਆ ਚੁੱਕੇ ਹਾਂ ਬੜੀ ਦੇਰ ਤੋਂ, ਔਰ ਉਹਨਾਂ ਦੀ ਅਲੱਗ ਟੀਮਾਂ ਨੇ ਜੀ, ਸਾਡੀਆਂ ਅਲੱਗ ਟੀਮਾਂ। ਅਸੀਂ
ਆਪਣਾ 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 ਜੋ ਕੰਮ ਹੈ ਉਹ ਕਰਦੇ ਜਾਵਾਂਗੇ। ਲੱਗਦਾ ਹੈ ਕਿ ਜੇਕਰ ਇਹ ਜਿੱਤ ਹੋ ਜਾਂਦੀ ਹੈਗੀ ਹੈ ਤਾਂ ਇੱਕ ਆਪਣੇ ਆਪ ਦੇ ਵਿੱਚ ਇਹ ਵੀ ਪੰਜਾਬ ਦੇ ਵਾਸਤੇ ਆਪਾਂ ਕਹਿ ਸਕਦੇ ਹੈਗੇ ਆ ਕਿ ਇੱਕ ਚੀਜ਼ ਹਮੇਸ਼ਾ ਯਾਦ ਰਹੂਗੀ ਕਿ ਦੇਖੋ ਜੇਲ੍ਹ ਦੇ ਵਿੱਚ ਸੀ ਪਰ ਉਸ ਤੋਂ ਬਾਵਜੂਦ ਵੀ ਜਿਹੜੀ ਹੈਗੀ ਆ ਉਹ ਜਿੱਤ ਪ੍ਰਾਪਤ ਹੋਈ। ਬਿਲਕੁਲ ਜੀ, ਮੈਂ ਰੋਜ਼ ਅਰਦਾਸ ਕਰਦਾ ਜੀ ਕਿ ਜਿੱਤ ਹੋਵੇ, ਕਿਉਂਕਿ ਇਹਦੇ ਵਿੱਚ ਨਾ ਪੰਜਾਬ ਦਾ ਵੀ ਭਲਾ ਸਰ। ਮੇਰੇ ਫਾਦਰ ਦਾ ਕੈਲੀਬਰ ਤੁਸੀਂ ਜਾਣਦੇ ਹੋ, ਤੁਸੀਂ ਆਪ, ਮੈਂ ਤੁਹਾਨੂੰ ਦੇਖਿਆ ਉਹਨਾਂ ਦਾ ਨਾਲ ਕਈ ਵਾਰ ਇੰਟਰਵਿਊ ਕਰਦੇ। ਉਸ ਕੈਲੀਬਰ ਦੇ ਔਰ ਉਸ ਕੈਰੈਕਟਰ ਦੇ ਬੰਦੇ ਨੂੰ ਪੰਜਾਬ ਦੀ ਲੋੜ ਹੈ ਔਰ ਪੰਜਾਬ ਨੂੰ ਉਹਨਾਂ ਦੀ ਲੋੜ ਹੈ। ਸੋ ਪੰਜਾਬ ਦੀ ਪੋਲਿਟਿਕਸ ਔਰ ਪੋਲਿਟੀ ਨੂੰ ਚੇਂਜ ਕਰਨ ਵਾਸਤੇ ਔਰ ਅੱਛੇ ਬੰਦੇ ਅੱਗੇ ਹਮੇਸ਼ਾ ਆਉਣੇ ਚਾਹੀਦੇ ਆ ਜੀ। ਹਾਲਾਂਕਿ ਪਸੰਦ ਕਰਦੇ ਨੇ ਖਹਿਰਾ ਹੋਣਾ ਨੂੰ, ਬਟ ਇੱਕ ਚੀਜ਼ ਲੋਕਾਂ ਨੇ ਜ਼ਰੂਰ ਉਦੋਂ ਇਸ ਚੀਜ਼ ਨੂੰ ਗਲਤ ਮੰਨਿਆ ਕਿ ਜਦੋਂ ਉਹਨਾਂ ਨੇ ਪਾਰਟੀ ਬਦਲੀ ਤਾਂ ਕਹਿੰਦੇ ਕਿ ਖਹਿਰਾ ਭਾਵੇਂ ਆਜ਼ਾਦ ਲੜ ਲੈਂਦੇ ਪਰ ਪਾਰਟੀ ਨਹੀਂ ਬਦਲਣੀ ਚਾਹੀਦੀ ਸੀਗੀ। ਲੱਗਦਾ ਉਹ ਫੈਸਲਾ ਗਲਤ ਸੀਗਾ? ਨਹੀਂ ਜੀ, ਮੈਨੂੰ ਨਹੀਂ ਲੱਗਦਾ। ਬਿਕੋਜ਼ ਦੇਖੋ ਗਗਨ ਜੀ, ਆ ਜਾ ਕੇ ਇਲੈਕਟੋਰਲ ਪੋਲਿਟਿਕਸ ਵਿੱਚ ਰੈਲੇਵੈਂਟ ਰਹਿਣਾ ਬਹੁਤ ਜ਼ਰੂਰੀ ਹੈ। ਤੁਸੀਂ ਆਜ਼ਾਦ ਜਿੱਤ ਜਾਓਗੇ, ਕੁਝ ਵੋਟ ਵੀ ਪੈ ਜਾਊਗੀ, ਬਟ ਜੇ ਤੁਸੀਂ ਵਿਨਿੰਗ ਫਰੰਟ ਤੇ ਨਹੀਂ ਆਉਂਦੇ ਫਿਰ ਤੁਸੀਂ ਇਰਰੈਲੇਵੈਂਟ ਹੋ ਜਾਓਗੇ, ਬਾਹਰ ਬੈਠੇ ਬਿਆਨਬਾਜ਼ੀ ਕਰੀ ਜਾਓਗੇ। ਜੇ ਇਸ ਲੜਾਈ ਨੂੰ ਲੜਨਾ ਹੈ ਔਰ ਕੁਝ ਸਿਸਟਮ ਦੇ ਅੰਦਰ ਕਰਨਾ ਤਾਂ ਤੁਹਾਨੂੰ ਯੂ ਹੈਵ ਟੂ ਬੀ ਅ ਪਾਰਟ ਐਂਡ ਪਾਰਸਲ ਆਫ ਦੈਟ ਸਿਸਟਮ। ਕਹਿੰਦੇ ਖਹਿਰਾ ਨੇ ਉਦੋਂ ਮੌਕਾ ਦੇਖਿਆ 2017 ਦੇ ਵਿੱਚ ਕਿ ਆਪ ਦੀ ਵੇਵ ਹੈਗੀ ਹੈ, NRI ਸਾਰੇ ਆਪ ਕਰ ਰਹੇ ਨੇ ਤਾਂ ਇਸ ਕਰਕੇ ਆਪ ਦੇ ਵਿੱਚ ਸ਼ਿਫਟ ਹੋ ਜਾਓ, ਔਰ ਉਸ ਤੋਂ ਬਾਅਦ ਆਪ ਨੂੰ ਛੱਡ ਦਿੱਤਾ ਉਹਨਾਂ ਨੇ। ਵੇਵ ਤਾਂ ਜੀ ਕਾਂਗਰਸ ਦੀ ਸੀ, ਆਪ ਦੀਆਂ ਤਾਂ 20 ਸੀਟਾਂ ਆਈਆਂ। ਦੁਆਬੇ ਦਾ ਤੁਸੀਂ ਰਿਕਾਰਡ ਕਢਵਾ ਕੇ ਦਿਖਾਓ, ਦੁਆਬੇ 'ਚ ਤਾਂ ਆਈਆਂ ਹੀ 2 ਸੀਟਾਂ। ਤਾਂ ਕਾਂਗਰਸ ਦੀ ਵੇਵ ਸੀਗੀ, ਤਾਂ ਅਸੀਂ ਦੂਜੇ ਪਾਸੇ ਗਏ ਸੀਗੇ। ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਗਗਨ ਜੀ, ਜਦ ਮੇਰੇ ਫਾਦਰ ਨੂੰ ਲੀਡਰ ਆਫ ਆਪੋਜੀਸ਼ਨ ਬਣੇ ਹੋ, ਉਹਨਾਂ ਨੇ ਕੋਈ ਕਸਰ ਕੱਢੀ, ਕੋਈ ਕਸਰ ਛੱਡੀ? ਜਿੱਥੇ ਉਹ ਜਾ ਸਕਦੇ ਸੀ, ਜਿੱਥੇ ਉਹ ਮਸਲੇ ਉਠਾ ਸਕਦੇ ਸੀ, ਉਹਨਾਂ ਨੇ ਉਠਾਏ। ਅੱਜ ਜਿਹੜੇ ਕੇਸ ਵਿੱਚ ਉਹ ਅੰਦਰ ਨੇ, ਇਹ ਵੀ ਉਸੇ ਟਾਈਮ ਦਾ ਕੇਸ ਬਣਾਇਆ ਹੋਇਆ ਕੇਸ ਹੈ ਜਦੋਂ ਉਹਨਾਂ ਨੇ ਸਰਕਾਰਾਂ ਦੇ ਖਿਲਾਫ ਬੋਲੇ। ਉਹਨਾਂ ਦੇ ਝੂਠੇ ਗਵਾਹੀਆਂ ਕਰਵਾ ਕੇ, ਔਰ ਬੜਾ ਲੰਬਾ ਚੱਕਰ ਹੈ, ਮੈਂ ਬਾਅਦ 'ਚ ਕਦੇ ਤੁਹਾਨੂੰ ਦੱਸੂਗਾ। ਅੱਜ ਜਿਹੜਾ ਅਸੀਂ ਭੁਗਤ ਰਹੇ ਹਾਂ। ਆਪ ਵੀ 19 ਕਸੂਰਵਾਰ ਹੈਗੀ ਆਮ ਆਦਮੀ ਪਾਰਟੀ। ਸਰ ਮੈਨੂੰ ਤਾਂ ਅੱਜ ਤੱਕ ਇਹ ਨਹੀਂ ਸਮਝ ਆਇਆ ਕਿ ਉਹਨਾਂ ਨੂੰ ਲਾਇਆ ਕਿਉਂ ਗਿਆ। ਜਿਹੜਾ ਬੰਦਾ ਕੋਈ ਮੈਰਿਟ ਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਲਾਉਣ ਦਾ ਕਾਰਨ ਕੀ ਸੀ, ਉਹ ਨਹੀਂ ਮੈਨੂੰ ਸਮਝ ਆਇਆ। ਬਾਕੀ ਆਮ ਆਦਮੀ ਪਾਰਟੀ ਦੇ ਜਿਹੜੇ ਦੋਗਲਾ ਚਿਹਰਾ ਨਾ ਜੀ, ਉਹ ਲੋਕਾਂ ਵਿੱਚ ਅੱਜ ਕਲੀਅਰ ਹੋ ਚੁੱਕਾ। ਖਹਿਰਾ ਭਗਵੰਤ ਦੇ ਅੰਡਰ ਕੰਮ ਨਹੀਂ ਕਰਨਾ ਚਾਹੁੰਦੇ ਸੀਗੇ, ਉਹ ਕਰ ਨਹੀਂ ਸਕਦੇ ਸੀ, ਇਸ ਕਰਕੇ ਉਹਨਾਂ ਨੇ ਇਹ ਸਾਰੀ ਚੀਜ਼ਾਂ ਦੇਖੀਆਂ। ਨਹੀਂ, ਉਸ ਭਗਵੰਤ ਮਾਨ ਦੇ ਅੰਡਰ ਤਾਂ ਕੰਮ ਕਰਨ ਦੀ ਲੋੜ ਹੀ ਨਹੀਂ ਨਾ ਸੀ ਸਰ ਉਸ ਟਾਈਮ। ਮੇਰੇ ਫਾਦਰ ਤਾਂ ਸਟੇਜਾਂ ਜਾ ਕੇ ਕਹਿੰਦੇ ਰਹੇ ਨੇ, ਮੈਂ ਵੀਡੀਓਜ਼ ਦੇਖੀਆਂ, ਤੁਸੀਂ ਵੀ ਦੇਖੀਆਂ ਹੋਣੀਆਂ, ਕਿ ਆ ਮੇਰਾ ਲੀਡਰ ਹੈ ਭਗਵੰਤ ਮਾਨ, ਮੈਂ ਇਹਦੇ ਨਾਲ ਕੰਮ ਕਰੂੰਗਾ। ਮੇਰੇ ਫਾਦਰ ਨੇ ਵੀਡੀਓਜ਼ ਸਪੀਚਾਂ ਸਟੇਜਾਂ ਜਾ ਕੇ ਕਿਹਾ। ਲੇਕਿਨ ਉਸ ਸਮੇਂ ਤਾਂ ਕੋਈ ਗੱਲ ਹੀ ਨਹੀਂ ਸੀ ਨਾ। ਅਸੀਂ ਲਾਉਣ ਦਾ ਕੀ ਮਤਲਬ ਸੀ? ਜਾਂ ਅਸੀਂ ਕੋਈ ਗਲਤੀ ਕੀਤੀ ਹੋਏ, ਜਾਂ ਅਸੀਂ ਤਾਂ ਦਾਗੀ ਮੰਤਰੀਆਂ ਨੂੰ ਲਵਾਇਆ, ਪੰਜਾਬ ਦੀ ਮਿੱਟੀ ਨੂੰ ਬਚਾਇਆ ਸਰਦਾਰ ਸੁਖਪਾਲ ਸਿੰਘ ਖਹਿਰਾ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ CM ਚਿਹਰਾ ਐਲਾਨ ਕਰ ਰਹੇ ਨੇ, ਹਾਲਾਂਕਿ ਚਰਚਾਵਾਂ ਹੀ ਨੇ ਭਗਵੰਤ ਮਾਨ ਹੀ CM ਦਾ ਚਿਹਰਾ ਹੋਣਗੇ। ਕਿਵੇਂ ਵੇਖਦੇ ਹੋ ਭਗਵੰਤ ਮਾਨ ਨੂੰ CM ਚਿਹਰਾ ਔਰ ਆਪ ਦੀ ਟੱਕਰ ਨੂੰ ਆਲ ਓਵਰ ਪੰਜਾਬ? ਮੈਂ ਪੰਜਾਬ ਦੀ ਹੁਣ ਗੱਲ ਕਰ, ਮੈਂ ਤਾਂ ਜੇ ਉਹਨਾਂ ਨੂੰ ਐਲਾਨ ਹੋ ਜਾਂਦਾ ਭਗਵੰਤ ਮਾਨ ਦਾ, ਉਹਨਾਂ ਨੂੰ ਮੁਬਾਰਕਬਾਦ। ਉਹਨਾਂ ਨੇ ਬੜੀ ਮਿਹਨਤ ਕੀਤੀ ਜੀ, ਬੜੇ ਬੰਦਿਆਂ ਨੂੰ ਕਢਾਇਆ ਇਸ ਥਾਂ ਤੇ ਆਉਣ ਵਾਸਤੇ। ਉਹਨਾਂ ਨੂੰ ਆਪਣੀ ਕੁਰਸੀ ਦੀ ਮੁਬਾਰਕਬਾਦ ਹੈ। ਅਤੇ ਪੰਜਾਬ ਵਿੱਚ ਆਈ ਥਿੰਕ ਪੰਜਾਬੀਆਂ ਨੇ ਉਹਨਾਂ ਨੂੰ ਦੇਖ ਲਿਆ, ਭਾਵੇਂ ਉਹ ਪ੍ਰੋਫੈਸਰ ਭੁੱਲਰ ਦਾ ਹੁਣੇ ਰੀਸੈਂਟ ਇਸ਼ੂ ਹੋਏ। ਇੱਕ RSS ਦੀ ਔਰ BJP ਦੀ ਲਾਈਨ ਟੋਕ ਕਰਦੇ ਨੇ ਕੇਜਰੀਵਾਲ। ਤੁਸੀਂ ਕਦੀ ਦੇਖਿਓ ਆਰਟੀਕਲ 370 ਜਦ ਅਬੋਲਿਸ਼ ਕੀਤਾ ਗਿਆ, ਉਹਨਾਂ ਨੇ ਪ੍ਰੋ ਮੋਦੀ ਸਟੈਂਡ ਲਿਆ, ਵੇਅਰਐਜ਼ ਉਹ ਆਪ ਖੁਦ ਮੁਖਤਿਆਰੀ ਮੰਗਦੇ ਨੇ ਆਪਣੀ ਸਟੇਟ ਵਾਸਤੇ। ਸੋ ਜੋ ਲਾਈਨ ਟੋ ਕਰ ਦਿੰਦੀ ਹੈ BJP, ਪਿੱਛੇ ਉਹ ਨਾਲ ਕੇਜਰੀਵਾਲ ਸਾਹਿਬ ਜਾਂਦੇ ਨੇ। ਬਹੁਤ ਸਾਰੇ ਕਾਂਗਰਸ ਦੇ ਲੀਡਰ ਵੀ ਕਹਿ ਰਹੇ ਨੇ ਕਿ ਚੰਨੀ ਨੂੰ ਹੀ ਦੁਬਾਰਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਰਾਣਾ ਗੁਰਜੀਤ ਉਹਨਾਂ ਨੇ ਇਹ ਬਿਆਨ ਦਿੱਤਾ ਹੈਗਾ, ਲਾਡੀ ਸ਼ੇਰੋਵਾਲੀਆ ਨੇ ਵੀ ਬਿਆਨ ਦੇ ਦਿੱਤਾ। ਕੱਲ ਕੈਪਟਨ ਸੰਦੀਪ ਸੰਧੂ ਨਾਲ ਅਸੀਂ ਗੱਲ ਕਰ ਰਹੇ ਸੀ, ਉਹਨਾਂ ਨੇ ਵੀ ਗੱਲ ਕਹੀ ਹੈਗੀ ਹੈ। ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਚੰਨੀ ਉਹਨਾਂ ਦੇ ਆਉਣ ਦੇ ਨਾਲ ਬਿਹਤਰੀ ਜਿਹੜੀ ਹੈਗੀ ਹੈ ਕਾਂਗਰਸ ਨੂੰ? ਮੈਂ ਗਗਨ ਜੀ ਬਹੁਤ ਛੋਟਾ ਹਜੇ, ਮੈਂ ਤਾਂ ਐਮ ਅ ਵਰਕਰ। ਮੈਂ ਤਾਂ ਪਿੰਡ ਘਰ ਜਾ ਰਿਹਾ। ਕਾਂਗਰਸ ਪਾਰਟੀ ਬਹੁਤ ਇੱਕ ਸਮਝਦਾਰ ਉੱਥੇ ਲੋਕ ਬੈਠੇ ਨੇ। ਲੋਕ ਕੀ ਕਹਿ ਰਹੇ ਨੇ ਤੁਹਾਨੂੰ, ਕੀ ਕਹਿੰਦੇ ਨੇ ਕਿ ਕੌਣ ਮੁੱਖ ਮੰਤਰੀ ਹੋਣਾ ਚਾਹੀਦਾ ਹੈ? ਅਸੀਂ 11 ਦਿਨਾਂ ਦੇ ਕੰਮ ਕਰਨ ਨੂੰ ਕਿਵੇਂ? ਅਸੀਂ ਆਪਣੇ MLA ਨੂੰ ਜਿਤਾਉਣਾ ਚਾਹੁੰਦੇ ਹਾਂ। CM ਜੋ ਮਰਜ਼ੀ ਹੋਵੇ, ਸਾਨੂੰ ਮਨਜ਼ੂਰ ਹੋਊਗਾ ਜੀ। ਐਨੀਵਨ ਦੇ ਵਿੱਚ ਆਖਿਰ ਦੇ ਵਿੱਚ ਲੋਕ ਕਿਉਂ ਸੁਖਪਾਲ ਸਿੰਘ ਖਹਿਰਾ ਦੇ ਉੱਤੇ ਇੱਕ ਵਾਰ ਫਿਰ ਤੋਂ ਭਰੋਸਾ ਜਤਾਉਣ? ਔਰ ਲੋਕ ਇਹ ਵੀ ਕਹਿੰਦੇ ਨੇ ਕਿ ਖਹਿਰਾ ਹੁਣ ਤਾਂ ਨਹੀਂ ਪਾਰਟੀ ਬਦਲ ਲੈਣਗੇ। ਨਹੀਂ, ਇਹ ਤਾਂ ਤੁਸੀਂ ਚਲੋ ਹੁਣ ਕਹਿਣ ਦੀ ਗੱਲ ਹੈ। ਮੇਰੇ ਫਾਦਰ ਨੇ ਆਪਣਾ ਸਟੈਂਡ ਪ੍ਰੋ ਪੰਜਾਬ ਰੱਖਿਆ ਜੀ, ਕਦੀ ਆਪਣਾ ਸਟੈਂਡ ਪ੍ਰੋ ਪੰਜਾਬ ਤੋਂ ਕਦੀ ਹਿੱਲੇ ਨਹੀਂ ਹੈ। ਠੀਕ ਹੈ, ਕੁਛ ਰੀਸੈਂਟ ਟਾਈਮਸ ਵਿੱਚ ਕੁਝ ਊਚ ਨੀਚ ਹੋ ਸਕਦੀ ਹੈ। ਪਹਿਲੇ ਜੋ ਹੋਇਆ, ਮੇਰੇ ਫਾਦਰ ਨੇ ਲੋਕਾਂ ਦੀ ਆਵਾਜ਼ ਚੱਕੀ ਹੈ ਜੀ। ਭਾਵੇਂ ਤੁਸੀਂ ਹੁਣ ਡਿਵੈਲਪਮੈਂਟ ਦੀ ਗੱਲ ਕਰ ਲਓ, ਤੁਸੀਂ ਹਲਕੇ 'ਚ ਮੈਂ ਤੁਹਾਨੂੰ ਘੁਮਾਊਂਗਾ,
ਕਰੀਬਨ 60 ਕਿਲੋਮੀਟਰ ਲਿੰਕ ਰੋਡਸ, ਮਤਲਬ ਇੱਕ ਪਿੰਡ ਤੋਂ ਦੂਜੇ ਪਿੰਡ ਜਿਹੜੀਆਂ ਸੜਕਾਂ ਜਾਂਦੀਆਂ ਨੇ। ਸਾਡੇ ਇੱਥੇ ਆਪਾਂ ਤੁਸੀਂ ਘੁੰਮ ਰਹੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਡੇਰੇ ਨੇ ਮੇਨ ਰੋਡ ਤੋਂ ਕਰੀਬਨ, ਜਾਂ ਇੱਕ ਆਬਾਦੀ ਤੋਂ 2-3 ਕਿਲੋਮੀਟਰ ਦੂਰ ਇੱਕ 4-5 ਘਰ ਨੇ ਜਿੱਦਾਂ ਉੱਧਰ ਤੁਸੀਂ ਦੇਖ ਸਕਦੇ ਹੋ। ਸੋ ਇਹਨਾਂ ਕੱਲੇ ਡੇਰੇ ਨੂੰ ਕੱਲੀ ਸੜਕ ਪਹੁੰਚਾਉਣਾ, ਪਾਣ ਪੀਣ ਵਾਲਾ ਸਾਫ਼ ਪਾਣੀ ਲੈ ਕੇ ਆਉਣਾ। ਤੁਸੀਂ ਸਾਡਾ ਜਿਹੜਾ ਹਲਕਾ ਹੈ ਉਹ ਰਿਵਰ ਬਿਆਸ ਦੇ ਨਾਲ ਚੱਲਦਾ, ਜੀਟੀ ਰੋਡ ਦੇ ਨਾਲ। ਤੁਸੀਂ ਦੇਖਿਆ ਜਿੱਥੋਂ ਆਪਾਂ ਉਤਰੇ ਹਾਂ ਜੇ, ਤਾਂ ਉੱਥੇ ਉਸ ਤੁਸੀਂ ਬੰਨ ਕਹਿੰਦੇ ਜੀ ਇੰਬੈਂਕਮੈਂਟ, ਉਸ ਦੇ ਉੱਤੇ ਇੱਕ 28 ਕਿਲੋਮੀਟਰ ਲੰਬੀ 30 ਕਰੋੜ ਦੀ ਲਾਗਤ ਨਾਲ ਸੜਕ ਬਣਾਈ ਜਾ ਰਹੀ ਹੈ। ਬੜੇ ਵੱਡੇ ਪ੍ਰੋਜੈਕਟਸ ਨੇ। ਉਸ ਤੋਂ ਇਲਾਵਾ ਇਹ ਤਾਂ ਡਿਵੈਲਪਮੈਂਟ ਵਰਕਸ ਹੈ, ਇਹ ਪ੍ਰਾਪਤੀਆਂ ਨੇ ਉਹਨਾਂ ਦੀਆਂ। ਉਸ ਤੋਂ ਬਾਅਦ ਜੋ ਪੰਜਾਬ ਪੱਖੀ ਉਹਨਾਂ ਨੇ ਲੜਾਈ ਲੜੀ ਹੈ, ਤਾਂ ਆਪਾਂ ਪੰਜਾਬ 'ਚ ਦੇ ਹਿੱਸੇ 'ਚ ਹੀ ਆਪਾਂ ਬੈਠੇ। ਪਰ ਕਹਿੰਦੇ ਜਿਹੜੇ ਨਾਲ ਸ਼ਾਮਲ ਕਰਾਏ ਸੀ ਉਹਨਾਂ ਵਾਸਤੇ ਲੜਾਈ ਨਹੀਂ ਲੜੀ, ਉਹਨਾਂ ਦਾ ਸਾਥ ਛੱਡ ਦਿੱਤਾ। ਨਾ ਜਗਦੇਵ ਕਮਾਲ ਉਹਨਾਂ ਨੂੰ ਟਿਕਟ ਮਿਲੀ ਹੈ, ਨਾ ਪਿਰਮਲ ਖਾਲਸਾ ਉਹਨਾਂ ਨੂੰ ਮਿਲੀ ਹੈ। ਹਾਲਾਂਕਿ ਜੁਆਇਨਿੰਗ ਜ਼ਰੂਰ ਕਰਵਾਤੀ ਸੀ ਹੈਲੀਪੈਡ ਦੇ ਉੱਤੇ ਨਾਲ, ਪਰ ਉਹਨਾਂ ਦਾ ਕੋਈ ਸਾਥ ਨਹੀਂ ਦਿੱਤਾ, ਉਹਨਾਂ ਨੂੰ ਟਿਕਟ ਨਹੀਂ ਦਵਾਈ ਖੈਰ ਉਹਨਾਂ। ਅਸੀਂ ਤਾਂ ਆਪ ਜੇਲ੍ਹ 'ਚ ਬੈਠੇ ਹਾਂ ਜੀ। ਆਹੋ, ਉਹ ਗੱਲ ਨਹੀਂ ਹੈ। ਕਾਂਗਰਸ ਪਾਰਟੀ ਨੇ ਕੁਝ ਸੋਚ ਸਮਝ ਕੇ ਆਪਣਾ ਡਿਸੀਜਨ ਲਈ ਹੋਣੀ ਹੈ, ਮੈਂ ਤੇ ਟਿੱਪਣੀ ਕਰਨਾ ਚੰਗਾ। ਮਿਲਣੀ ਚਾਹੀਦੀ ਸੀ ਜਗਦੇਵ ਕਮਾਲ ਉਹਨਾਂ ਨੂੰ ਵੀ, ਪਿਰਮਲ ਖਾਲਸਾ ਉਹਨਾਂ ਨੂੰ। ਇਹ ਹੁਣ ਪਾਰਟੀ ਦਾ ਡਾਇਰੈਕਸ਼ਨ ਹੈ। ਮੇਰੇ ਕਹਿਣ ਨਾਲ ਕਿਸੇ ਨੂੰ ਮਿਲੇ ਜਾਂ ਨਾ ਮਿਲੇ ਉਹ ਤਾਂ ਸੰਭਵ ਨਹੀਂ ਹੈ। ਖੈਰ ਆਪਣੀ ਟਿਕਟ ਤਾਂ ਲੈ ਕੇ ਜਿਹੜੇ ਨਾਲ ਸ਼ਾਮਲ ਕਰਾਏ ਸੀਗੇ ਉਹਨਾਂ ਨੂੰ ਆਪਣੇ ਹਾਲਾਤਾਂ ਦੇ ਉੱਤੇ ਛੱਡ ਦਿੱਤਾ। ਨਹੀਂ, ਇਹਦੇ ਬਾਰੇ ਕੋਈ ਗੱਲ ਨਹੀਂ ਕਰ ਸਕਦਾ ਸਰ। ਉਹ ਉਹਨਾਂ ਦੀ ਸਾਰਿਆਂ ਦੀ ਆਪਣੀ ਕਿਸਮਤ ਹੈ ਜੀ। ਅਸੀਂ ਤਾਂ ਲੜਾਈ ਲੜਨ ਆਏ ਸੀ, ਲੜਾਈ ਲੜਾਂਗੇ, ਸਿੰਪਲ ਜੀ ਗੱਲ ਹੈ। ਕਾਂਗਰਸ ਦੀ ਪੋਜੀਸ਼ਨ ਠੀਕ ਲੱਗ ਰਹੀ ਹੈਗੀ ਹੈ? ਲੱਗਦਾ ਸਾਰੇ ਇੱਕ ਫਰੰਟ ਦੇ ਉੱਤੇ ਸਰਕਾਰ ਬਣਾ ਲੈਣਗੇ? ਟੂ ਬੀ ਓਨੈਸਟ ਮੈਨੂੰ ਕਾਂਗਰਸ ਦੀ ਹੀ ਸਕਸੈਸ ਦੇ ਚਾਂਸਸ ਲੱਗ ਰਹੇ ਜੀ। ਤੁਸੀਂ ਦੱਸੋ ਹੋਰ ਕੌਣ ਹੈ ਜਿਹੜੀ ਤੁਸੀਂ ਦੇਖੋ ਅਕਾਲੀ ਦਲ ਪੈਨ ਪੰਜਾਬ ਬਹੁਤ ਡਾਊਨ ਗਈ ਹੈ। ਜੋ ਪੰਥਕ ਪਾਰਟੀ ਸੀ ਜਾਂ ਪੰਜਾਬ ਦੀ ਓਰੀਜਨਲ ਪਾਰਟੀ, ਉਹ ਪੰਜਾਬ ਦੇ ਇਸ਼ੂਜ਼ ਨੂੰ ਕਵਰ ਨਹੀਂ ਕਰ ਪਾਈ ਪਿਛਲੇ 5 ਸਾਲਾਂ 'ਚ। ਜਾਂ ਉਹਨਾਂ ਦੇ ਦੇਵਰ ਪੋਲੀਟੀਕਲ ਮਾਈਂਡ ਜੋ ਹੁੰਦਾ ਉਹ ਲੈਕਿੰਗ ਸੀਗਾ ਇਸ ਪਾਰਟੀ ਵਿੱਚ। ਆਮ ਆਦਮੀ ਪਾਰਟੀ ਦਾ ਭਾਸ਼ਾ ਤੁਹਾਨੂੰ ਪਤਾ ਜੀ, ਮੈਂ ਜ਼ਿਆਦਾ ਕਿਸੇ ਨਾਲ ਗੱਲ ਕਰਨਾ ਰਹਿੰਦੀ ਸਿਰਫ ਫਿਰ ਕਾਂਗਰਸ ਪਾਰਟੀ। ਸੋ ਮੈਨੂੰ ਸਰਟਨ ਹੈ ਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੋਊਗੀ। ਅਗਲੀ ਡੇਟ ਹੁਣ ਕਦੋਂ ਹੈਗੀ ਹੈ ਖਹਿਰਾ ਸਾਹਿਬ ਦੀ ਹੀਅਰਿੰਗ ਦੀ? ਅਗਲੀ ਡੇਟ ਜੀ 19 ਤਰੀਕ ਨੂੰ ਸੁਣਵਾਈ ਹੋਊਗੀ। ਕੌਨਫੀਡੈਂਟ ਹੈਗੇ? ਮੈਂ ਤੁਹਾਨੂੰ ਬਿਲਕੁਲ ਦੱਸਿਆ ਜੀ, ਚਲਾਨ ਪੇਸ਼ ਹੋ ਚੁੱਕਿਆ ਹੈ। ਟਰਾਇਲ ਹੁੰਦਾ ਅਗਲਾ, ਉਹ ਕਈ ਸਾਲ ਕਿੰਨਾ ਟਾਈਮ ਲੱਗਦਾ, ਕਿੰਨੇ ਗਵਾਹ ਹੁੰਦੇ ਨੇ ਉਹਦੇ 'ਚ, ਕਿੰਨੀਆਂ ਗਵਾਹੀਆਂ ਹੁੰਦੀਆਂ। ਸੋ ਆਈ ਐਮ ਸਰਟਨ ਕਿ ਇਸ 19 ਤਰੀਕ ਨੂੰ ਸਾਨੂੰ ਬੜੀ ਅੱਛੀ ਗੁੱਡ ਨਿਊਜ਼ ਮਿਲੂਗੀ। ਬਹੁਤ ਧੰਨਵਾਦ ਮਹਿਤਾਬ ਗੱਲਬਾਤ ਦੇ ਲਈ। ਤਾਂ ਮਹਿਤਾਬ ਖਹਿਰਾ ਮੋਰਚਾ ਸੁਖਪਾਲ ਖਹਿਰਾ ਦਾ ਇਹਨਾਂ ਨੇ ਸਾਂਭਿਆ ਹੋਇਆ, ਗੱਲਾਂ ਬਾਤਾਂ ਹੋਈਆਂ ਭਲਾਤ ਨੂੰ ਲੈ ਕੇ, ਇਹਨਾਂ ਦੇ ਏਜੰਡੇ ਨੂੰ ਲੈ ਕੇ। ਤਾਂ ਦੇਖਣਾ ਹੋਊਗਾ ਕਿ ਹੁਣ ਅਗਲੀ ਤਰੀਕ ਜਿਹੜੀ 19 ਆ ਰਹੀ ਹੈ ਉਹ ਵੀ ਇਹਨਾਂ ਦੇ ਵਾਸਤੇ ਬੇਹੱਦ ਅਹਿਮ ਹੈ। ਔਰ ਖਾਸ ਤੌਰ ਦੇ ਉੱਤੇ ਜੇ ਚੋਣਾਂ ਦੀ ਗੱਲ ਕਰੀਏ ਤਾਂ ਉਹ ਤਰੀਕ ਵੀ ਇਹਨਾਂ ਦੇ ਵਾਸਤੇ ਬੇਹੱਦ ਅਹਿਮ ਹੈ। ਭਲਾਤ ਦੇ ਲੋਕ ਕਿਸ ਦੇ ਉੱਤੇ ਭਰੋਸਾ ਜਤਾਉਣਗੇ ਇਹ 10 ਮਾਰਚ ਨੂੰ ਪਤਾ ਚੱਲ ਜਾਊਗਾ। ਕੈਮਰਾਮੈਨ ਗੁਰਸਿਮਰਨ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ, ਭਲਾਤ।